ਕੀ ਥਰਡ ਵੇਵ ਆ ਸਕਦੀ ਆ, ਵੈਕਸੀਨ ਦਾ ਪ੍ਰਬੰਧ ਜਿਹੜਾ ਆ ਰਿਹਾ ਕਦੋਂ ਕੁ ਤੱਕ ਹੋ ਜਾਊਗਾ, ਇਹਦੇ ਕਿੰਨੇ ਕੁ ਤੱਕ ਬਚਾਅ ਹੋਊਗਾ, ਜਿਹੜੇ ਵਿਚਲੇ ਮਹੀਨੇ ਆ ਜਿੰਨਾ ਚਿਰ ਵੈਕਸੀਨ ਨਹੀਂ ਆਉਂਦੀ ਇਹ ਕਿੰਨੇ ਕੁ ਤਬਾਹੀ ਮਚਾਉਣਗੇ। ਲੱਗਦਾ ਵੀ ਦਸੰਬਰ ਦੇ ਐਂਡ 'ਚ ਮੋਡਰਨਾ ਔਰ ਜਿਹੜੀ ਫਾਈਜ਼ਰ ਹੈਗੀ ਆ ਇਹਨਾਂ ਨੂੰ ਅਮਰੀਕਾ 'ਚ ਤੇ ਐਮਰਜੈਂਸੀ ਰਿਲੀਜ਼ ਵਾਸਤੇ ਮਾਨਤਾ ਮਿਲ ਜਾਣੀ ਹੈ। ਸੰਸਾਰ ਦੇ ਵਿੱਚ ਕਰੀਬਨ 2 ਬਿਲੀਅਨ ਆਵਾਮ ਹੈਗਾ ਜਿਨ੍ਹਾਂ ਦੇ ਬਿਜਲੀ ਨਹੀਂ ਮਿਲਦੀ, ਉੱਥੇ ਫਰੀਜ਼ਰ ਕਿੱਥੇ ਜਾਏਗਾ, ਉੱਥੇ ਵੈਕਸੀਨ ਕਿੱਦਾਂ ਡਿਲੀਵਰ ਹੋਏਗੀ। ਬੜਾ ਸੰਯਮ ਰੱਖਣਾ ਪੈਣਾ। ਜਿੱਥੇ ਆਪਾਂ ਇੰਨਾ ਸੰਯਮ ਰੱਖਿਆ ਹੁਣ 8-9 ਮਹੀਨੇ 3-4 ਮਹੀਨੇ ਹੋਰ ਪਲੀਜ਼ ਕੱਟ ਲਓ, ਹੈ ਨਾ। ਤੁਸੀਂ ਆਪਣੇ ਆਪ 'ਚ ਇਸ ਲਈ ਸਮਝੋ ਵੀ ਲੋਕਡਾਊਨ ਲੱਗਾ। 2 ਕੰਪਨੀਆਂ ਦੀ ਵੈਕਸੀਨ ਹੁਣ ਆ ਰਹੀ ਆ, ਤੀਜੀ ਦੀ ਆਕਸਫੋਰਡ ਵਾਲੀ ਦੀ ਵੀ ਗੱਲਬਾਤ ਚੱਲ ਰਹੀ ਆ। ਸੁਣਨ 'ਚ ਆ ਰਿਹਾ ਵੀ 150-200 ਕੰਪਨੀਆਂ ਲੱਗੀਆਂ ਆ ਬਣਾਉਣ। ਜੇ ਪਹਿਲੀਆਂ ਦੀ ਆ ਗਈ ਤਾਂ ਫਿਰ ਉਹ ਬਾਕੀਆਂ ਦੀ ਵੀ ਵਿਕੂਗੀ ਵੀ ਕਿਹਨੇ ਕਿਹੜੀ ਲੈਣੀ ਹੈ। ਜਿੱਦਾਂ ਤੁਸੀਂ ਦੱਸਿਆ ਵੀ ਇੱਕ ਆਮ ਬੰਦੇ ਤੱਕ, ਸਾਡੇ ਤੱਕ, ਮੇਰੇ ਤੱਕ ਜਿਹੜੀ ਵੈਕਸੀਨ ਆ 1 ਸਾਲ ਲੱਗ ਜਾਣਾ, ਲੱਗਦੀ ਜੀ ਜੀ। ਜਿਹੜਾ ਪਹਿਲਾ ਗਰੁੱਪ ਆ ਉਹਦੇ ਤੱਕ ਪਹੁੰਚਦੇ ਨੂੰ ਅਜੇ ਕੁਝ ਮਹੀਨੇ ਲੱਗ ਜਾਣੇ। ਇਹ ਥਰਡ ਵੇਵ ਵੀ ਆ ਸਕਦੀ। ਕੱਲ੍ਹ ਮੈਨੂੰ ਫੋਨ ਆਇਆ ਸੀ ਬੀਬੀ ਦਾ ਅੰਮ੍ਰਿਤਧਾਰੀ ਦਾ ਵੀ ਮੈਨੂੰ ਹੁਣ ਕੋਵਿਡ ਹੋ ਗਿਆ, ਮੈਂ ਆਈਸੋਲੇਸ਼ਨ 'ਚ ਹੈਗੀ ਹਾਂ। ਅੱਛਾ ਜੀ। ਮੇਰੇ ਮਨ 'ਚ ਬੜੇ ਨੈਗੇਟਿਵ ਵਿਚਾਰ ਚੱਲ ਰਹੇ, ਕਦੀ ਇਦਾਂ ਹੋਇਆ ਨਹੀਂ। ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਅਸੀਂ ਗੱਲਬਾਤ ਕਰਨ ਆਏ ਹਾਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ। ਕੋਵਿਡ ਸੰਬੰਧੀ ਬਹੁਤ ਸਾਰੀਆਂ ਸੂਚਨਾਵਾਂ ਸਾਡੇ ਕੋਲ ਆ ਰਹੀਆਂ, ਵੈਕਸੀਨ ਸੰਬੰਧੀ ਬੜੀਆਂ ਚੇਂਜਸ ਹੋ ਰਹੀਆਂ। ਸਰੀ ਜਿੱਥੋਂ ਅਸੀਂ ਅੱਜ ਇਹ ਪ੍ਰੋਗਰਾਮ ਕਰ ਰਹੇ ਹਾਂ ਇੱਥੇ ਕੇਸਾਂ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਔਰ ਇੰਨਾ ਵਾਧਾ ਹੋ ਰਿਹਾ ਕਿ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਜੇ ਵੈਕਸੀਨ ਦਾ ਕੋਈ ਪ੍ਰਬੰਧ ਨਾ ਹੋਇਆ ਥਰਡ ਵੇਵ ਵੀ ਆ ਸਕਦੀ ਆ। ਕੀ ਥਰਡ ਵੇਵ ਆ ਸਕਦੀ ਆ, ਵੈਕਸੀਨ ਦਾ ਪ੍ਰਬੰਧ ਜਿਹੜਾ ਆ ਰਿਹਾ ਕਦੋਂ ਕੁ ਤੱਕ ਹੋ ਜਾਊਗਾ, ਇਹਦੇ ਕਿੰਨੇ ਕੁ ਤੱਕ ਬਚਾਅ ਹੋਊਗਾ, ਜਿਹੜੇ ਵਿਚਲੇ ਮਹੀਨੇ ਆ ਜਿੰਨਾ ਚਿਰ ਵੈਕਸੀਨ ਨਹੀਂ ਆਉਂਦੀ ਇਹ ਕਿੰਨੇ ਕੁ ਤਬਾਹੀ ਮਚਾਉਣਗੇ, ਕਿੰਨਾ ਕੁ ਇਹਦੇ ਵਿੱਚ ਨੁਕਸਾਨ ਹੋਊਗਾ, ਇਹਦੇ ਤੋਂ ਬਚਿਆ ਕਿੱਦਾਂ ਜਾ ਸਕਦਾ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਉਹਨਾਂ ਦੇ ਨਾਲ ਪਹਿਲੇ ਸਮੇਂ ਦੇ ਵਿੱਚ ਕਰਦੇ ਹਾਂ। ਅੱਜ ਕੀ ਸਥਿਤੀ ਆ, ਅੱਜ ਕੀ ਅਪਡੇਟ ਆ ਕੈਨੇਡਾ ਦੀ ਵੈਕਸੀਨ ਦੀ, ਕੇਸਿਸ ਦੀ, ਸਕੂਲਾਂ ਦੇ ਵਿੱਚ ਬੱਚਿਆਂ ਦੀ। ਕੁਝ ਸਕੂਲ ਬੰਦ ਹੋਏ ਆ, ਭੇਜਣਾ ਚਾਹੀਦਾ ਕਿ ਨਹੀਂ ਭੇਜਣਾ ਚਾਹੀਦਾ, ਕਿਉਂ ਯਤਨ ਕੀਤੇ ਜਾ ਰਹੇ ਆ ਕਿ ਸਕੂਲ ਖੁੱਲ੍ਹੇ ਰੱਖਣ। ਇਹਨਾਂ ਸੰਬੰਧੀ ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ ਅੱਜ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਡਾਕਟਰ ਜਸਕਰਨ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਨੂੰ ਵੈਕਸੀਨ ਬਾਰੇ ਅਪਡੇਟ ਦੱਸਿਓ ਜੀ। ਪਿਛਲੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ 2-3 ਖਬਰਾਂ ਸਾਡੇ ਕੋਲ ਆਈਆਂ, ਕੀ ਸਥਿਤੀ ਹੈ ਇਸ ਵੇਲੇ ਜੀ? ਬਹੁਤ ਅੱਛੀ ਸਥਿਤੀ ਹੈਗੀ ਹੈ ਔਰ ਮੈਨੂੰ ਲੱਗਦਾ ਵੀ ਦਸੰਬਰ ਦੇ ਐਂਡ 'ਚ ਮੋਡਰਨਾ ਔਰ ਜਿਹੜੀ ਫਾਈਜ਼ਰ ਹੈਗੀ ਆ ਇਹਨਾਂ ਨੂੰ ਅਮਰੀਕਾ 'ਚ ਤੇ ਐਮਰਜੈਂਸੀ ਰਿਲੀਜ਼ ਵਾਸਤੇ ਮਾਨਤਾ ਮਿਲ ਜਾਣੀ ਹੈ। ਔਰ ਹੈਲਥ ਕੈਨੇਡਾ ਨੇ ਦੋਵਾਂ ਦੇ ਨਾਲ ਸੰਧੀ ਕੀਤੀ ਹੋਈ ਆ 20 ਮਿਲੀਅਨ ਡੋਸਿਸ ਦੀ, ਔਰ ਸਾਨੂੰ ਵੀ ਲਗਭਗ ਮਾਰਚ ਤੱਕ ਮਿਲਣ ਦੀ ਸੰਭਾਵਨਾ ਹੈਗੀ ਹੈ। ਹੁਣ ਜਿਹੜੀ ਇਹ ਮੋਡਰਨਾ ਔਰ ਜਿਹੜੀ ਫਾਈਜ਼ਰ ਦੀ ਆ ਲਗਭਗ ਸਿਮਿਲਰ ਵੈਕਸੀਨ ਹੈ। ਜਿਹੜਾ ਮੈਸੇਂਜਰ RNA ਜਿਹੜਾ ਮੈਸੇਜ ਦਿੰਦਾ ਵਾਇਰਸ ਨੂੰ ਵੀ ਆਪਾਂ ਲੌਕ ਕਰਕੇ ਅੰਦਰ ਆਪਣੀ ਕਾਪੀਆਂ ਬਣਾਉਣੀਆਂ ਜਾਂ ਆਪਣੀ ਗਿਣਤੀ ਵਧਾਉਣੀ ਆ, ਉਹਨੂੰ ਬਲੌਕ ਕਰਦਾ। ਇਹਦੇ ਲਈ ਵਾਇਰਸ ਦਾ ਕੋਈ ਪਾਰਟੀਕਲ ਨਹੀਂ ਹੈਗਾ। ਇਹ ਇੱਕ ਨਵੀਂ ਟੈਕਨੋਲੋਜੀ ਹੈਗੀ ਵੀ ਜਿਸ 'ਚ ਵਾਇਰਸ ਬਿਲਕੁਲ ਨਹੀਂ ਹੈਗਾ। ਜਿਹੜਾ ਉਹਦਾ ਲਾਈਪੋ ਪ੍ਰੋਟੀਨ ਹੁੰਦਾ, ਇੱਕ ਪ੍ਰੋਟੀਨ ਹੁੰਦਾ ਲਿਪਿਡ ਦਾ, ਉਹ ਲੈ ਕੇ ਉਸ ਤੋਂ ਐਂਟੀਬਾਡੀਜ਼ ਜਾਂ ਵੈਕਸੀਨ ਬਣਾਈਆਂ ਗਈਆਂ। ਔਰ ਜਿਹੜਾ ਲਾਈਪੋ ਪ੍ਰੋਟੀਨ ਦੀ ਜਿਹੜੀ ਮੁੱਢਲੀ ਜਿਹੜੀ ਜਾਣਕਾਰੀ ਉਹ ਵੈਂਕੂਵਰ ਦੀ ਬਾਇਓਟੈਕ ਕੰਪਨੀ ਐਕੁਆਟੈਸ ਉਹਨੇ ਦਿੱਤੀ ਸੀ। ਅੱਛਾ ਜੀ। ਸੋ ਜਿਹੜੀ ਫਾਈਜ਼ਰ ਆ ਉਹਨਾਂ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਵੀ ਸਾਡਾ ਆਲਮੋਸਟ 94.5% ਰਿਜ਼ਲਟ ਵਧੀਆ ਆ ਰਿਹਾ, ਚੰਗੀ ਗੱਲ ਆ। ਉਹਦੇ ਬਾਅਦ ਜਿਹੜੇ ਮੋਡਰਨਾ ਵਾਲੇ ਆ ਉਹਨਾਂ ਨੇ ਰਿਲੀਜ਼ ਕੀਤਾ ਵੀ ਅਸੀਂ 95% ਸਾਡੀ ਵੈਕਸੀਨ ਇਫੈਕਟਿਵ ਆ। ਅਸੀਂ ਮੁੱਢਲੇ ਦਿਨਾਂ 'ਚ ਕਹਿੰਦੇ ਰਹੇ ਵੀ ਅੱਛੀ ਵੈਕਸੀਨ ਉਹ ਹੁੰਦੀ ਜਿਹੜੀ 50% ਇਫੈਕਟਿਵ ਘੱਟ ਤੋਂ ਘੱਟ ਹੋਵੇ, ਲੇਕਿਨ ਕੋਵਿਡ ਵਾਸਤੇ WHO ਕਹਿ ਰਿਹਾ ਸੀ ਵੀ ਕੋਸ਼ਿਸ਼ ਕਰੀਏ ਵੀ 70% ਹੋਵੇ। ਸੋ ਇਹ ਦੋਵੇਂ ਆંકੜੇ ਬਹੁਤ ਵਧੀਆ। ਹੁਣ 2 ਡੋਜ਼ਸ ਇਹਦੇ ਲੱਗਣੇ ਆ, ਇੱਕ ਡੋਜ਼ ਦੇ ਨਾਲ ਕੰਮ ਨਹੀਂ ਸਰਨਾ। ਔਰ ਪਹਿਲਾ ਡੋਜ਼ ਜਦ ਲੱਗੂਗਾ ਕਰੀਬਨ 7 ਦਿਨ ਲੱਗਦੇ ਐਂਟੀਬਾਡੀ ਬਣਨ 'ਚ। ਔਰ ਉੱਥੇ ਮੋਢੇ 'ਚ ਜਾਂ ਪੱਟ 'ਤੇ ਜਿੱਥੇ ਲਾਈਏ ਉੱਥੇ ਥੋੜ੍ਹਾ ਦਰਦ ਹੋਊਗਾ, ਬੁਖਾਰ ਹੋਊਗਾ, ਸਿਰ ਪੀੜ ਹੋਊਗੀ, ਮਸਲ ਕਰੈਂਪਸ ਹੋਣਗੇ। ਇਹ ਕਾਮਨ ਸਾਈਡ ਇਫੈਕਟ ਅਸੀਂ ਦੇਖ ਰਹੇ ਹਾਂ। ਜਿਹੜੇ ਲੌਂਗ ਟਰਮ ਇਫੈਕਟ ਆ ਅਜੇ ਤੱਕ ਇਹ ਟਰਾਇਲ 6 ਮਹੀਨੇ ਤੋਂ ਜ਼ਿਆਦਾ ਹੋ ਗਈ, ਇਹਨਾਂ 'ਚ ਕੋਈ ਉਹਨਾਂ ਨੇ ਰਿਪੋਰਟ ਨਹੀਂ ਕੀਤੇ। ਦੂਜਾ ਜਿਹੜਾ ਡੋਜ਼ ਹੈਗਾ ਇਹਦਾ ਕਰੀਬਨ 28 ਦਿਨ ਬਾਅਦ ਲੱਗੂਗਾ। ਸੋ ਟੋਟਲ ਪ੍ਰੋਟੈਕਸ਼ਨ ਜਿਹੜੀ ਹੈਗੀ ਮਹੀਨੇ ਬਾਅਦ ਹੀ ਮਿਲੂਗੀ। ਇੱਕ ਡੋਜ਼ ਦੇ ਨਾਲ 100% ਪ੍ਰੋਟੈਕਸ਼ਨ ਨਹੀਂ ਆ। ਹੁਣ ਜਿਹੜੀ ਫਾਈਜ਼ਰ ਦੀ ਆ ਇਹ ਸਟੋਰੇਜ ਦਾ ਸਮੱਸਿਆ ਦੋਵੇਂ ਵੈਕਸੀਨ ਦਾ ਹੈਗਾ। ਫਾਈਜ਼ਰ ਦੀ -70 ਡਿਗਰੀ ਚਾਹੀਦਾ ਉਹਨੂੰ ਸਟੋਰੇਜ ਵਾਸਤੇ, ਔਰ ਅਗਰ ਆਪਾਂ ਉਹ ਸਟੋਰੇਜ ਤੋਂ ਕੱਢ ਕੇ ਫ੍ਰਿਜ 'ਚ ਰੱਖਦੇ ਆ ਤੇ 5 ਦਿਨ ਦੇ ਵਿੱਚ ਇਹਨੂੰ ਯੂਜ਼ ਕਰਨਾ ਪੈਣਾ, ਨਹੀਂ ਤਾਂ ਇਹਨੇ ਖਰਾਬ ਹੋ ਜਾਣਾ। ਜਿਹੜੀ ਮੋਡਰਨਾ ਹੈਗੀ ਆ ਉਹਨੂੰ -20 ਡਿਗਰੀ ਚਾਹੀਦਾ ਸਟੋਰੇਜ ਵਾਸਤੇ, ਔਰ ਅਗਰ ਆਪਾਂ ਕੱਢ ਕੇ ਫ੍ਰਿਜ 'ਚ ਰੱਖਦੇ ਹਾਂ ਤੇ ਮਹੀਨਾ ਕੁ ਇਹ ਠੀਕ ਰਹਿ ਸਕਦੀ ਹੈ। ਠੀਕ ਆ, ਆਪਾਂ ਅਮਰੀਕਾ ਕੈਨੇਡਾ 'ਚ ਸਾਡੇ ਕੋਲ
-40 ਕਿ -400 ਵੱਲ ਵੀ ਫੀਜ਼ਰ ਬਣਾ ਸਕਦੇ ਆ ਨਾ। ਆਲਰੇਡੀ ਓਨਟਾਰੀਓ 'ਚ ਕੰਪਨੀ ਜਿਹੜੀ ਇੱਕ ਅਪਲਾਇੰਸ ਦੀ ਹੈਗੀ, ਮੈਂ ਨਾਂ ਨਹੀਂ ਲੈਣਾ, ਉਹ ਆਲਰੇਡੀ ਫਰੀਜ਼ਰਸ ਬਣਾਉਣਾ ਉਹਨਾਂ ਨੇ ਸ਼ੁਰੂ ਕਰਤਾ। ਦੂਜੀ ਗੱਲ ਹੈਗੀ ਹੈ, ਸੰਸਾਰ ਦੇ ਵਿੱਚ ਕਰੀਬਨ 2 ਬਿਲੀਅਨ ਆਵਾਮ ਹੈਗਾ ਜਿਨ੍ਹਾਂ ਦੇ ਬਿਜਲੀ ਨਹੀਂ ਮਿਲਦੀ। ਉੱਥੇ ਫਰੀਜ਼ਰ ਕਿੱਥੇ ਜਾਏਗਾ, ਉੱਥੇ ਵੈਕਸੀਨ ਕਿੱਦਾਂ ਡਿਲੀਵਰ ਹੋਏਗੀ? ਸੋ ਇਹਦਾ ਡਿਲੀਵਰੀ ਦਾ ਇੱਕ ਇਸ਼ੂ ਬਣ ਜਾਣਾ, ਕਿਉਂਕਿ ਇਹਨੂੰ -70 ਜਾਂ -20 ਡਿਗਰੀ 'ਚ ਰੱਖਣਾ ਪੈਣਾ। ਕੈਨੇਡਾ ਦੇ ਵਿੱਚ ਜਦੋਂ ਵੈਕਸੀਨ ਇਹ ਮਿਲੂਗੀ ਸਾਨੂੰ, ਹੈਲਥ ਕੈਨੇਡਾ ਰਿਵਿਊ ਕਰ ਰਹੀ ਆ, ਔਰ ਜਿਹੜਾ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਸਟੈਂਪ ਮੇਰੇ ਖਿਆਲ ਨਾਲ ਦਸੰਬਰ ਦੇ ਐਂਡ 'ਚ ਇਹਨੂੰ ਲੱਗ ਜਾਣੀ ਹੈ। ਉਹ ਵੀ ਇੱਕ ਅੱਛੀ ਗੱਲ ਹੁੰਦੀ ਆ, ਉਹਨਾਂ ਦੀ ਵੀ ਜਿਹੜੇ ਸਾਇੰਟਿਸਟ ਆ ਪੂਰਾ ਰਿਵਿਊ ਕਰਕੇ ਡੇਟਾ ਤਾਂ ਦਿੰਦੇ ਆ। ਸੋ ਸਪਰਿੰਗ ਟਾਈਮ 'ਚ ਵੈਕਸੀਨ ਕੈਨੇਡਾ 'ਚ ਆਉਣ ਦੀ ਸੰਭਾਵਨਾ ਹੈਗੀ ਹੈ, ਲੇਕਿਨ ਸਾਰਿਆਂ ਨੂੰ ਫਿਰ ਵੀ ਨਹੀਂ ਮਿਲਦੀ। ਜਿਹੜਾ ਪਹਿਲਾ ਪੂਰ ਹੈਗਾ, ਹੁਣ ਪ੍ਰੋਵਿੰਸ ਜਿਹੜੇ ਆ ਉਹ ਡਿਬੇਟ ਕਰੀ ਜਾ ਰਹੀ ਆਪਸ 'ਚ ਵੀ ਸਾਨੂੰ ਕਿੰਨੇ ਡੋਜ਼ ਮਿਲਣੇ, ਸਾਨੂੰ ਕਿੰਨੇ ਡੋਜ਼ ਮਿਲਣੇ, ਕਿਉਂਕਿ ਚੀਜ਼ ਵੰਡ ਕੇ ਖਾਣੀ ਪੈਣੀ ਹੈ ਨਾ। 10 ਪ੍ਰੋਵਿੰਸ ਆ, 3 ਸਾਡੇ ਜਿਹੜੇ ਹੈਗੇ ਟੈਰੀਟਰੀਜ਼ ਹੈਗੇ, 13 ਜਗ੍ਹਾ ਵੈਕਸੀਨ ਵੰਡਣੀ ਪੈਣੀ ਆ। ਸੋ ਡਿਪੈਂਡਿੰਗ ਔਨ ਪੋਪੂਲੇਸ਼ਨ ਜਿਹੜਾ ਹੈਗਾ ਪ੍ਰੋਵਿੰਸ ਦਾ, ਮੇਰੇ ਖਿਆਲ ਨਾਲ ਉਸ ਹਿਸਾਬ ਦੇ ਨਾਲ ਵੰਡੀ ਜਾਊਗੀ। ਜਾਂ ਜਿੱਥੇ ਜ਼ਿਆਦਾ ਬਜ਼ੁਰਗ ਰਹਿੰਦੇ ਆ, ਮੇਰੀ ਮੁਰਾਦ ਆ ਵੈਂਕੂਵਰ ਆਈਲੈਂਡ 'ਚ ਬਹੁਤ ਬਜ਼ੁਰਗ ਰਹਿੰਦੇ ਆ, ਵੈਂਕੂਵਰ ਦੇ ਲੋਅਰ ਮੇਨਲੈਂਡ 'ਚ ਬਹੁਤ ਰਹਿੰਦੇ ਆ। ਸੋ ਕਿਤੇ ਨਾ ਕਿਤੇ ਕੋਈ ਫਾਰਮੂਲਾ ਇਹਨਾਂ ਨੂੰ ਜਿਹੜਾ ਇਖਤਿਆਰ ਕਰਨਾ ਪੈਣਾ। ਜਿਹੜੇ 3 ਕੈਟੇਗਰੀ ਹੈਗੀ ਜਿਨ੍ਹਾਂ ਨੂੰ ਪਹਿਲੋਂ ਦਿੱਤੀ ਜਾਏਗੀ, ਉਹ ਹੈਗੇ ਸਾਡੇ ਐਟ ਰਿਸਕ ਪੋਪੂਲੇਸ਼ਨ, ਜਿਹੜੇ 70 ਸਾਲ ਤੋਂ ਉੱਤੇ ਆ, ਬਜ਼ੁਰਗ ਆ, ਰੈਸੀਡੈਂਸ਼ੀਅਲ ਕੇਅਰ ਹੋਮ 'ਚ ਆ, ਜਿਨ੍ਹਾਂ ਦਾ ਇਮਿਊਨ ਸਿਸਟਮ ਖਰਾਬ ਆ, ਜਾਂ ਜਿਨ੍ਹਾਂ ਨੂੰ ਕੋਵਿਡ ਹੋ ਗਿਆ ਅਤੇ ਉਹਨਾਂ ਦੇ ICU ਜਾਣ ਦੀ ਸੰਭਾਵਨਾ ਨਿਸ਼ਚਿਤ ਹੈਗੀ ਹੈ। ਦੂਜਾ ਜਿਹੜਾ ਗਰੁੱਪ ਹੈਗਾ ਉਹ ਹੈਗੇ ਫਸਟ ਰਿਸਪੌਂਡਰਸ ਔਰ ਹੈਲਥ ਕੇਅਰ ਪ੍ਰੋਵਾਈਡਰ, ਵੀ ਜਿਹੜੇ ਰੋਜ਼ ਜੂਝਦੇ ਆ ਕੋਵਿਡ ਦੇ ਨਾਲ। ਜਦੋਂ ਹੁਣ ਮੇਰੀ ਬੇਟੀ ਆ, ਆਲਰੇਡੀ ਰੋਜ਼ ਉਹਨੂੰ ਕੋਵਿਡ ਦੇ ਨਾਲ ਸਾਹਮਣਾ ਕਰਨਾ ਪੈਂਦਾ ਜਦੋਂ ICU 'ਚ ਕੰਮ ਕਰਦੀ ਆ। ਸੋ ਉਹਨਾਂ ਨੂੰ, ICU ਸਟਾਫ ਨੂੰ, ਐਮਰਜੈਂਸੀ ਸਟਾਫ ਨੂੰ, ਜਾਂ ਜਿਹੜੇ ਫਸਟ ਰਿਸਪੌਂਡਰ ਆ ਮੇਰੇ ਖਿਆਲ ਨਾਲ RCMP ਜਾਂ ਐਂਬੂਲੈਂਸ ਵਾਲੇ ਜਾਂ ਇਵਨ ਟਰੱਕਰਸ ਜਿਹੜੇ ਮਤਲਬ ਡੇਲੀ ਬੇਸਿਸ 'ਚ ਕੰਮ ਕਰਦੇ, ਉਹਨਾਂ ਨੂੰ ਦਿੱਤੀ ਜਾਏਗੀ। ਤੀਜਾ ਹੋਊਗਾ ਵੀ ਜਿਹੜੇ ਇੰਡੀਜੀਨੀਅਸ ਪੋਪੂਲੇਸ਼ਨ ਹੈ, ਜਿਹੜੇ ਸਾਡੇ ਨੇਟਿਵ ਹੈਗੇ ਆ, ਕੈਨੇਡਾ ਉਹਨਾਂ ਦੀ ਧਰਤੀ ਆ ਜਿਹੜੀ ਸਰਜ਼ਮੀਨ 'ਚ ਅਸੀਂ ਖਲੋਤੇ ਆ। ਸੋ ਉਹਨਾਂ 'ਚ ਕੋਵਿਡ ਹੁੰਦਾ ਤੇ ਕਾਫੀ ਘਾਤਕ ਹੁੰਦਾ। ਜਿਹੜਾ ਆਮ ਵਿਅਕਤੀ ਆ, ਜਿੱਦਾਂ ਜਸਕਰਨ ਜੀ ਤੁਸੀਂ ਲੈ ਲਓ, ਜਾਂ ਈਵਨ ਮੇਰੀ ਉਮਰ 57 ਹੈ, ਬਟ ਮੇਰੇ 'ਚ ਹੋਰ ਕੋਈ ਰਿਸਕ ਫੈਕਟਰ ਨਹੀਂ ਐਕਸੈਪਟ ਮੈਂ ਥੋੜ੍ਹਾ ਮੋਟਾ। ਇਹਦੇ ਵਿੱਚ ਜਿਹੜੀ ਵੈਕਸੀਨ ਹੈ ਕਰੀਬਨ ਐਂਡ ਆਫ ਨੈਕਸਟ ਈਅਰ ਸਾਰਿਆਂ ਨੂੰ ਮਿਲਣੀ ਸ਼ੁਰੂ ਹੋ ਗਈ। ਹੁਣ ਇਹ 2 ਵੱਡੇ ਮੈਨੂਫੈਕਚਰ ਆ, ਜਿਹੜੀ ਆਕਸਫੋਰਡ ਦੀ ਹੈਗੀ ਹੈ ਐਸਟਰਾਜ਼ੈਨੇਕਾ ਦੇ ਨਾਲ, ਉਹ ਐਡੀਨੋ ਵਾਇਰਸ ਦਾ ਪਾਰਟੀਕਲ ਯੂਜ਼ ਕਰ ਰਹੇ, ਉਹਦੇ ਨਾਲ ਟੀਚ ਕਰ ਰਹੇ ਆ ਵੀ ਕੋਵਿਡ ਨੂੰ ਕਿੱਦਾਂ ਬਲੌਕ ਕਰਨਾ। ਉਹਨਾਂ ਨੇ ਅੱਜੇ ਹੀ ਸਟੱਡੀ ਪਬਲਿਸ਼ ਕੀਤੀ ਆ ਵੀ ਬਜ਼ੁਰਗਾਂ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਆ ਇਮਿਊਨਿਟੀ ਬਹੁਤ ਵਧੀਆ ਦਿਖਣ 'ਚ ਆਈ ਹੈ। ਸੋ ਹੋ ਸਕਦਾ ਵੀ ਅਸੀਂ ਬਜ਼ੁਰਗਾਂ ਵਾਸਤੇ ਇੱਕ ਵੱਖ ਵੈਕਸੀਨ ਰੱਖੀਏ, ਯੂਥ ਵਾਸਤੇ ਇੱਕ ਵੱਖ ਰੱਖੀਏ, ਅਤੇ ਮਿਡਲ ਗਰੁੱਪ ਵਾਸਤੇ ਇੱਕ ਵੱਖ ਰੱਖੀਏ, ਕਿਉਂਕਿ ਆਲਰੇਡੀ 11 ਜਿਹੜੀ ਕੰਪਨੀਆਂ ਉਹਨਾਂ ਦੀ ਫੇਜ਼ 3 ਟਰਾਇਲ ਮੁਕੰਮਲ ਹੋਣ 'ਚ ਕੁਛ ਹਫ਼ਤੇ ਕੁਛ ਮਹੀਨੇ ਹੀ ਰਹਿ ਗਏ ਆ। ਕਿਤੇ ਨਾ ਕਿਤੇ ਕੈਨੇਡਾ ਵੀ ਵੈਕਸੀਨ ਬਣਾਊਗਾ। ਮੈਡੀਕਾਗੋ ਜਿਹੜੀ ਕੰਪਨੀ ਆ ਫੇਜ਼ 1 ਦੀ ਟਰਾਇਲ ਹੋ ਚੁੱਕੀ ਆ, ਫੇਜ਼ 2 ਔਰ ਫੇਜ਼ 3 ਟਰਾਇਲ ਜਿਹੜੀ ਆ ਉਹਦੀ ਜਾਰੀ ਹੋਊਗੀ। ਉਹ ਜਿਹੜੇ ਦਰਖਤ ਹੁੰਦੇ ਆ, ਪਲਾਂਟ ਹੁੰਦੇ ਆ, ਉਹਦੇ ਸੈੱਲ ਤੋਂ ਬਣਾਊਗਾ। ਪਹਿਲੀ ਵਾਰ ਇਹ ਨਵੇਕਲੀ ਜਿਹੜੀ ਟੈਕਨੋਲੋਜੀ ਜਿਹੜੀ ਸਾਹਮਣੇ ਆ ਰਹੀ ਆ, ਅਤੇ ਮੈਂ ਉਹਦਾ ਨਾਂ ਰੱਖਿਆ ਵੈਜੀਟੇਰੀਅਨ ਵੈਕਸੀਨ। ਉਹਦੇ 70 ਮਿਲੀਅਨ ਡੋਜ਼ ਵਾਸਤੇ ਮਾਨਯੋਗ ਪ੍ਰਧਾਨ ਮੰਤਰੀ ਨੇ ਪੈਸੇ $173 ਮਿਲੀਅਨ ਦਿੱਤੇ ਆ। ਸੋ ਵੈਕਸੀਨ ਆ ਰਹੀ ਆ, ਥੋੜ੍ਹਾ ਸੰਯਮ ਰੱਖਣਾ ਪੈਣਾ। ਜਿੱਥੇ ਆਪਾਂ ਇੰਨਾ ਸੰਯਮ ਰੱਖਿਆ ਹੁਣ 8-9 ਮਹੀਨੇ, 3-4 ਮਹੀਨੇ ਹੋਰ ਪਲੀਜ਼ ਕੱਟ ਲਓ, ਹੈ ਨਾ। ਤੁਸੀਂ ਆਪਣੇ ਆਪ 'ਚ ਇਸ ਵੇਲੇ ਸਮਝੋ ਵੀ ਲੋਕਡਾਊਨ ਲੱਗਾ, ਭਾਵੇਂ ਉਹ ਬਾਹਰੋਂ ਕਹਿੰਦੇ ਜਾਂ ਨਹੀਂ ਕਹਿੰਦੇ। ਆਪਾਂ ਕੀ ਕੀਤਾ ਸੀ ਪਹਿਲੇ ਲੋਕਡਾਊਨ 'ਚ? ਵਾਇਰਸ ਲੈਵਲ ਬਹੁਤ ਥੱਲੇ ਲੈ ਗਏ ਸੀ। ਤਾਂ ਹੀ ਬਣ ਸਕਦਾ ਅਗਰ ਆਪਾਂ ਸਾਰੇ ਸੱਭੇ ਹੋਈਏ। ਡਾਕਟਰ ਸਾਹਿਬ, ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਇਹ ਕਿਹਾ ਜਾ ਰਿਹਾ ਕਿ ਵੈਕਸੀਨ ਨਹੀਂ ਲਵਾਉਣਾ ਚਾਹੁੰਦੇ, ਜਾਂ ਹੁਣ US 'ਚੋਂ ਜਾਂ ਕੁਝ ਖਬਰਾਂ ਆ ਰਹੀਆਂ ਕਿ ਉਹਨਾਂ ਦਾ ਨੰਬਰ ਵੱਧ ਰਿਹਾ ਆ ਜਿਹੜੇ ਲਵਾਉਣਾ ਚਾਹੁੰਦੇ ਆ, ਵੀ ਜਿਹੜੇ ਚਾਹੁੰਦੇ ਆ ਕਿ ਸਾਨੂੰ ਵੈਕਸੀਨ ਮਿਲ ਜਾਵੇ। ਜੀ ਜੀ, ਕਹਿੰਦੇ ਆਮ ਵੈਕਸੀਨ ਬਣਾਉਣ ਨੂੰ 10 ਸਾਲ ਲੱਗ ਜਾਂਦੇ ਆ, ਜਾਂ ਕਿੰਨੇ ਸਾਲ ਲੱਗਦੇ ਆ, ਵੀ ਇਹ ਵੈਕਸੀਨ ਬਹੁਤ ਤੇਜ਼ੀ ਨਾਲ ਬਣਾਈ ਗਈ ਆ। ਇਹ ਵੀ ਹੋ ਸਕਦਾ ਕਿ ਜਿਹਨੂੰ ਇਹ ਲੱਗੇ ਉਹਦੇ ਤੋਂ ਬਾਅਦ ਇਹਦੇ ਜਿਹੜੇ ਸਾਈਡ ਇਫੈਕਟਸ ਆ ਬਹੁਤ ਲੰਬੇ ਸਮੇਂ 'ਚ ਸਾਹਮਣੇ ਆਉਣ। ਲੋਕ ਡਰ ਰਹੇ ਆ ਇਹਨੂੰ ਲਵਾਉਣ ਨੂੰ। ਕੀ ਲੱਗਦਾ ਜੀ, ਇਹ ਸੇਫ ਆ? ਇਹਦੇ ਸਾਰੇ ਟੈਸਟ ਹੋਏ ਹੁੰਦੇ ਆ, ਜਾਂ ਇਹ ਜਲਦੀ 'ਚ ਬਣਾਈ ਗਈ ਫਿਰ ਵੀ? ਦੇਖੋ, ਮੈਂ ਜ਼ਰੂਰ ਤੁਹਾਡੇ ਨਾਲ ਮੰਨਦਾ ਵੀ ਇਹ ਕਰੀਬਨ 9 ਮਹੀਨੇ ਦੇ ਵਿੱਚ ਇਹ ਸਾਰਾ ਪ੍ਰੋਸੈਸ ਚੱਲਿਆ। ਹੋ ਸਕਦਾ ਵੀ ਸਾਲ ਤੱਕ ਇਹ ਸਾਰੀ ਟਰਾਇਲਸ ਜਿਹੜੀਆਂ ਹੈਗੀਆਂ ਫਿਨਿਸ਼ ਹੋਣ। ਜਿਹੜੀ ਅਰਲੀਐਸਟ ਡਾਕੂਮੈਂਟਡ ਹੈਗੀ ਆ ਵੀ ਫਾਸਟ ਬਣੀ ਸੀ, ਉਹ ਸੀ ਮੰਪਸ ਦੀ ਵੈਕਸੀਨ, ਜਿਹਨੂੰ ਆਪਾਂ ਕੰਨ ਪੇੜ ਕਹਿੰਦੇ ਆ। ਸਾਡੇ ਜਿਹੜੇ ਗਲੈਂਡਸ ਹੈਗੇ, ਪੈਰੋਟਿਡ ਗਲੈਂਡਸ, ਜਿੱਥੋਂ ਥੁੱਕ ਬੰਦਾ ਉਹ ਸੁੱਜ ਜਾਂਦੇ ਆ ਵਾਇਰਸ ਦੇ ਨਾਲ, ਮੰਪਸ ਵਾਇਰਸ। ਉਹਨੂੰ ਵੀ 5 ਸਾਲ ਲੱਗੇ ਸੀ। ਜਿਹੜੇ ਪੋਲੀਓ ਦੀ ਵੈਕਸੀਨ ਉਹਨੂੰ ਤਾਂ ਕਈ ਦਹਾਕੇ ਲੱਗੇ ਸੀ, ਹੈ ਨਾ। ਹੁਣ ਇਹ ਨਵੇਕਲੀ ਟੈਕਨੋਲੋਜੀ ਆ, ਇਹਦੇ ਉੱਤੇ ਕੋਵਿਡ ਤੋਂ ਪਹਿਲਾਂ ਕੰਮ ਹੋ ਰਿਹਾ ਸੀ ਇਹ ਟੈਕਨੋਲੋਜੀ ਦੇ ਉੱਤੇ, ਅਤੇ ਖੁਦਾ ਨਾ ਖਾਸਤਾ ਕੋਵਿਡ ਜੀ ਵੀ ਆ ਗਏ। ਸੋ ਕੁਛ ਗਰਾਊਂਡ ਵਰਕ ਇਹਦੇ ਉੱਤੇ ਹੋ ਰਿਹਾ ਸੀ ਪਹਿਲੋਂ ਵੀ।
ਵੀ ਫਿਊਚਰ 'ਚ ਅਗਰ ਕੋਈ ਵੈਕਸੀਨ ਬਣਾਉਣੀ ਤੇ ਇਹ ਟੈਕਨੋਲੋਜੀ ਯੂਜ਼ ਕਰਨੀ। ਦੇਖੋ ਨਾ ਹੀ ਇਹਦੇ 'ਚ ਕੋਈ ਮਾਈਕਰੋ ਚਿਪ ਪਾਇਆ, ਨਾ ਇਹਦੇ 'ਚ ਕੁਛ ਪਾਇਆ ਜਿਹੜਾ ਰੂਮਨ ਮੇਰੇ ਚੱਲਦਾ ਹੈ ਨਾ। ਦੂਜਾ ਇਹਦੇ 'ਚ ਵਾਇਰਸ ਦਾ ਕੋਈ ਪਾਰਟੀਕਲ ਨਹੀਂ ਹੈਗਾ। ਸੋ ਤੁਹਾਡੀ ਬਾਡੀ ਦੇ ਵਿੱਚ ਕੋਈ ਵੀ ਬਾਹਰੋਂ ਵਾਇਰਸ ਦੀ ਚੀਜ਼ ਇੰਜੈਕਟ ਕੀਤੀ ਨਹੀਂ ਜਾ ਰਹੀ। ਇਹ ਦੋਵੇਂ ਵੈਕਸੀਨ 'ਚ ਇਦਾਂ ਹੀ ਹੈ ਜੀ? ਹਾਂ, ਮੋਡਰਨਾ ਔਰ ਫਾਈਜ਼ਰ। ਜੀ। ਜਿਹੜਾ ਆਕਸਫੋਰਡ ਆ ਉਹਦੇ ਵਿੱਚ ਐਡੀਨੋ ਵਾਇਰਸ ਦਾ ਪਾਰਟੀਕਲ ਹੈਗਾ, ਔਰ ਆਮ ਜਿਹੜੀਆਂ ਸਾਰੀਆਂ ਵੈਕਸੀਨ ਬਣੀਆਂ ਉਹ 'ਚ ਬੈਕਟੀਰੀਆ ਜਾਂ ਵਾਇਰਸ ਦੇ ਪਾਰਟੀਕਲ ਪਾਏ ਹੋਏ ਆ। ਔਰ ਸੋ ਫਾਰ ਜਿਹੜੀ ਹੈਗੀ ਆ ਸੇਫਟੀ ਵਧੀਆ ਆ ਰਹੀ ਆ। ਐਕਸਪੈਕਟ ਕੀਤਾ ਜਾ ਰਿਹਾ ਵੀ ਇਹਦੀ ਲੌਂਗ ਟਰਮ ਸੇਫਟੀ ਵੀ ਵਧੀਆ ਰਹੂਗੀ। ਲੇਕਿਨ ਇੱਕ ਸਿਚੁਏਸ਼ਨ ਖੜੀ ਹੁੰਦੀ ਆ ਵੀ ਇਹਦੀ ਐਂਟੀਬਾਡੀ ਲੈਵਲ ਕਦ ਤੱਕ ਰਹੂਗੀ। ਇੱਦਾਂ ਨਹੀਂ ਵੀ ਹਰ ਸਾਲ ਸਾਨੂੰ ਸਿਆਲਾਂ 'ਚ ਲਾਉਣੀ ਪਵੇ ਜਿੱਦਾਂ ਆਪਾਂ ਫਲੂ ਸ਼ਾਟ ਹਰ ਸਾਲ ਲਾਉਂਦੇ। ਸੋ ਇਹ ਆਨਸਰ ਨਹੀਂ ਹੈਗਾ। ਦੂਜਾ, ਮੈਂ ਵੈਕਸੀਨ ਲਾ ਲਿੱਤੀ ਭਾਵੇਂ ਮੋਡਰਨਾ ਦੀ ਜਾਂ ਫਾਈਜ਼ਰ ਦੀ, ਹੈ ਨਾ। ਮੇਰੇ ਵਿੱਚ ਵਾਇਰਸ ਕੋਵਿਡ ਚਲਾ ਗਿਆ, ਮੇਰੇ ਵਿੱਚ ਲੱਛਣ ਘੱਟ ਆ ਜਾਂ ਨਹੀਂ ਹੁੰਦੇ, ਹੈ ਨਾ, ਕਿਉਂਕਿ 95% ਪ੍ਰੋਟੈਕਟਿਵ ਹੈ, 100% ਨਹੀਂ ਹੈ। ਬਟ ਕੀ ਮੈਂ ਫਿਰ ਵੀ ਸਪਰੈਡ ਕਰ ਰਿਹਾ? ਇਹ ਕੁਐਸਚਨ ਕੋਈ ਵੀ ਨਹੀਂ ਆਨਸਰ ਕਰ ਰਿਹਾ। ਸੋ ਮੈਂ ਵੈਕਸੀਨੇਟਡ ਹੈਗਾ, ਮੇਰੇ 'ਚ ਕੋਵਿਡ ਵਾਇਰਸ ਚਲਾ ਗਿਆ, ਮੈਨੂੰ ਪ੍ਰੋਟੈਕਸ਼ਨ ਮਿਲ ਰਹੀ ਹੈ ਕਿਉਂਕਿ ਮੇਰੀ ਬਾਡੀ 'ਚ ਐਂਟੀਬਾਡੀਜ਼ ਹੈ। ਬਟ ਕੀ ਮੈਂ ਜਦੋਂ ਗੱਲ ਕਰ ਰਿਹਾ, ਖੰਘ ਕਰ ਰਿਹਾ, ਕਿ ਮੈਂ ਸਪਰੈਡ ਕਰ ਰਿਹਾ ਕਿ ਨਹੀਂ ਕਰ ਰਿਹਾ? ਸੋ ਇਹ ਵੀ ਇੱਕ ਗੱਲ ਜਿਹੜੀ ਹੈਗੀ ਸਾਨੂੰ ਵਾਚਣੀ ਪੈਣੀ ਹੈ। ਸੋ ਇਸ ਲਈ ਵੱਖ-ਵੱਖ ਜਿਹੜੇ ਮੋਡੈਲਿਟੀਜ਼ ਦੇ ਜਿਹੜੇ ਵੈਕਸੀਨ ਬਣ ਰਹੇ ਆ ਉਹਨਾਂ ਦੇ ਲਈ ਵੱਖ-ਵੱਖ ਸਥਾਨ ਹੋਊਗਾ। ਇਹਦਾ ਮਤਲਬ ਡਾਕਟਰ ਸਾਹਿਬ ਵੀ ਮੈਂ ਵੈਕਸੀਨ ਲੈ ਲਈ, ਮੈਂ ਪ੍ਰੋਟੈਕਟ ਹੋ ਗਿਆ, ਵਾਇਰਸ ਫਿਰ ਵੀ ਮੇਰੇ ਅੰਦਰ ਤਾਂ ਜਾ ਹੀ ਸਕਦਾ? ਜੀ ਜੀ ਜੀ। ਉਹ ਮੇਰੇ ਅੰਦਰ ਫਿਰ ਜਿਉਂਦਾ ਰਹੂਗਾ, ਮਤਲਬ ਉਹ ਕੰਮ ਕਰਦਾ ਹੋਊਗਾ ਤੇ ਮੈਂ ਦੂਜੇ ਨੂੰ ਜੇ ਸਪਰੈਡ ਕਰਦਾ ਉਹੀ ਮੈਂ ਗੱਲ ਕਰ ਰਿਹਾ ਸੀ ਵੀ ਕੱਲ ਮੈਂ ਸਾਇੰਟੀਫਿਕ ਡਿਬੇਟ 'ਚ ਸੀ ਵੀ ਮੇਰੇ ਕੋਲ 95% ਪ੍ਰੋਟੈਕਸ਼ਨ ਹੈ, ਹੋ ਸਕਦਾ ਮੇਰੇ ਕੋਲ 99% ਵੀ ਹੋਏ। ਬਟ ਵਾਇਰਸ ਮੇਰੇ ਅੰਦਰ ਜਿਹੜਾ ਹੈਗਾ ਮੈਨੂੰ ਹਾਰਮ ਨਹੀਂ ਕਰ ਰਿਹਾ, ਬਟ ਮੈਂ ਕੈਰੀ ਕਰ ਰਿਹਾ ਉਹਨੂੰ, ਰਾਈਟ। ਉਸ ਦੌਰਾਨ ਅਗਰ ਮੈਂ ਇਨਫੈਕਟਡ ਹੈਗਾ ਕੋਵਿਡ ਦੇ ਨਾਲ, ਮੈਨੂੰ ਇਨਫੈਕਸ਼ਨ ਨਹੀਂ ਹੋ ਰਹੀ ਕਿਉਂਕਿ ਮੇਰੀ ਬਾਡੀ 'ਚ ਐਂਟੀਬਾਡੀਜ਼ ਹੈਗੀਆਂ, ਲੇਕਿਨ ਕੁਝ ਸਮੇਂ ਵਾਸਤੇ ਮੈਂ ਵਾਇਰਸ ਫਿਰ ਵੀ ਸ਼ੈਡ ਕਰ ਰਿਹਾ ਹੋਊਗਾ, ਹੈ ਨਾ। ਸੋ ਇਹ ਕੁਐਸਚਨ ਕੋਈ ਨਹੀਂ ਆਨਸਰ ਕਰ ਪਾ ਰਿਹਾ, ਪਹਿਲੀ ਗੱਲ। ਦੂਜੀ ਗੱਲ ਜਿਹੜੀ ਤੁਸੀਂ ਐਂਟੀ ਵੈਕਸੀਨੇਟਰਸ ਦੀ ਕਹੀ ਸੀ ਵੀ ਬਹੁਤ ਵੱਡੀ ਮੁਹਿੰਮ ਚੱਲੀ ਸੀ, ਜਿਹੜੀ ਕੈਨੇਡਾ 'ਚ ਐਂਗਸ ਰੀਡ ਪੋਲ ਜਿਹੜੀ ਹੈਗੀ 3 ਹਫ਼ਤੇ ਪਹਿਲਾਂ ਕੀਤੀ ਸੀ। ਅੱਛਾ ਜੀ। ਉਹਦੇ ਵਿੱਚ ਕਰੀਬਨ 62% 63% ਲੋਕਾਂ ਨੇ ਕਿਹਾ ਸੀ ਵੀ ਅਸੀਂ ਵੈਕਸੀਨ ਲਾਵਾਂਗੇ, ਬਾਕੀ 38% ਕਹਿੰਦੇ ਸੀ ਅਸੀਂ ਵੇਟ ਕਰਾਂਗੇ 6 ਮਹੀਨੇ, ਫਿਰ ਦੇਖਾਂਗੇ ਵੀ ਜਿੱਦਾਂ ਤੁਸੀਂ ਕਿਹਾ ਵੀ ਸਾਈਡ ਇਫੈਕਟ ਦਾ ਜਿਹੜਾ ਸਿਲਸਿਲਾ। ਜਿਹੜੀ ਹੁਣ ਕੁਝ ਦਿਨ ਪਹਿਲਾਂ ਆਈ ਐਂਗਸ ਰੀਡ ਪੋਲ, ਉਹ ਕਹਿੰਦੇ 69% ਹੁਣ ਹੈਪੀ ਹੋ ਗਏ ਜਦੋਂ ਦੀ 2 ਖਬਰਾਂ ਆਈਆਂ। ਔਰ ਮੇਰੇ ਖਿਆਲ ਨਾਲ ਇਹ ਨੰਬਰ ਵਧੂਗਾ ਕਿਉਂਕਿ ਜਦ ਤੱਕ 70% ਤੋਂ ਜ਼ਿਆਦਾ ਲੋਕ ਵੈਕਸੀਨੇਟਡ ਨਹੀਂ ਹੋ ਜਾਂਦੇ ਤਦ ਤੱਕ ਇਹ ਮਹਾਮਾਰੀ ਦਬ ਨਹੀਂ ਸਕਦੀ, ਜਿਹਨੂੰ ਆਪਾਂ ਹਰਡ ਇਮਿਊਨਿਟੀ ਜਾਂ ਕਮਿਊਨਿਟੀ ਇਮਿਊਨਿਟੀ ਕਹਿੰਦੇ ਆ। ਡਾਕਟਰ ਸਾਹਿਬ ਇਹ ਜਿਹੜਾ ਹੈਗਾ, ਕੁਝ ਲੋਕ ਇਹ ਕਹਿੰਦੇ ਵੀ ਸਾਰੀ ਦੁਨੀਆ ਦੇ ਵਿੱਚ ਲੱਗਣ ਨੂੰ 4 ਸਾਲ ਲੱਗ ਜਾਣੇ ਆ, ਵੀ ਜਿੰਨੀ ਦੁਨੀਆ ਤੱਕ ਇਹ ਪਹੁੰਚਣੀ ਆ, ਜਾਂ ਕੈਨੇਡਾ ਦੇ ਵਿੱਚ ਲੱਗਣ ਨੂੰ ਵੀ ਸਾਲ ਲੱਗ ਸਕਦਾ, 10 ਮਹੀਨੇ ਲੱਗ ਸਕਦੇ। ਬਿਲਕੁਲ, ਜਿੱਦਾਂ ਮੈਂ ਦੱਸ ਰਿਹਾ ਵੀ ਜਿਹੜਾ ਆਮ ਵਿਅਕਤੀ ਆ ਜਿਸ 'ਚ ਰਿਸਕ ਫੈਕਟਰ ਨਹੀਂ ਆ, ਉਹਨੂੰ ਸਾਲ ਬਾਅਦ ਹੀ ਵੈਕਸੀਨ ਮਿਲੂਗੀ। ਇਹ ਦਿਨਾਂ ਦੇ ਵਿੱਚ ਸਨ 2021 'ਚ ਜਿਹੜੇ ਅਸੀਂ ਹਾਂ, ਜਿਹੜੇ ਹਾਈ ਰਿਸਕ ਹੈ ਉਹਨਾਂ ਨੂੰ ਛੇਤੀ ਮਿਲੂਗੇ, ਹੈ ਨਾ। ਹੁਣ ਕੈਨੇਡਾ ਦੇ ਨੇ 6 ਕੰਪਨੀਆਂ ਦੇ ਨਾਲ ਸੰਧੀ ਕੀਤੀ ਹੈ ਨਾ। ਤੁਹਾਨੂੰ ਮੈਂ ਹੁਣੇ ਦੱਸਿਆ ਮੈਡੀਕਲ ਦੇ ਨਾਲ 70 ਮਿਲੀਅਨ ਡੋਜ਼ ਦੀ ਸੰਧੀ ਕੀਤੀ ਹੈ ਨਾ। ਆਬਾਦੀ ਸਾਡੀ 37 ਮਿਲੀਅਨ ਦੀ ਹੈ ਨਾ। ਸੋ ਥੋੜਾ ਬਹੁਤ ਅਸੀਂ ਵੀ ਗਰੀਬ ਕੰਟਰੀ ਨੂੰ ਡਿਸਟ੍ਰੀਬਿਊਟ ਕਰਾਂਗੇ। ਆਲਰੇਡੀ ਪ੍ਰੈਸ਼ਰ ਬਣ ਰਿਹਾ ਸਰਕਾਰ ਦੇ ਉੱਤੇ ਵੀ ਜਿਹੜੇ ਗਰੀਬ ਮੁਲਕ ਆ ਉਹਨਾਂ ਨੂੰ ਵੈਕਸੀਨ ਚਾਹੀਦੀ ਹੈ, ਕਿਉਂਕਿ ਅਗਰ ਆਪਾਂ ਗਲੋਬਲੀ ਇਹ ਪੈਂਡੇਮਿਕ ਖਤਮ ਕਰਨਾ ਤਾਂ ਸੰਸਾਰ ਭਰ 'ਚ ਵੈਕਸੀਨ ਸਾਰਿਆਂ ਨੂੰ ਮੁਹੱਈਆ ਹੋਣੀ ਚਾਹੀਦੀ ਆ, ਗੁੱਡ ਪ੍ਰਾਈਸ 'ਚ, ਉਹਦੀ ਸਟੇਬਿਲਿਟੀ ਠੀਕ ਹੋਣੀ ਚਾਹੀਦੀ ਆ। ਆਈਡੀਅਲ ਵੈਕਸੀਨ ਪਤਾ ਕਿਹੜੀ ਹੋਏਗੀ? ਇੱਕ ਡੋਜ਼ ਲੱਗੇ ਜਿਹੜਾ ਕੰਮ ਕਰੇ, ਉਹਨੂੰ ਜ਼ਿਆਦਾ ਸਟੋਰੇਜ ਦੀ ਪ੍ਰੋਬਲਮ ਨਾ ਹੋਵੇ, ਨਾ ਉਹਦੇ ਸ਼ਾਰਟ ਟਰਮ ਇਫੈਕਟ ਹੋਣ ਤੇ ਨਾ ਲੌਂਗ ਟਰਮ ਇਫੈਕਟ ਹੋਣ। ਇੱਕ ਡਾਕਟਰ ਸਾਹਿਬ ਇਹ ਕਹਿੰਦੇ ਵੀ ਸਾਰਿਆਂ ਨੂੰ ਲੱਗਣੀ ਜ਼ਰੂਰੀ ਨਹੀਂ ਹੈ ਕਿ 100% ਨੂੰ ਲੱਗੇ, ਇਹ ਵੀ ਜ਼ਰੂਰੀ ਨਹੀਂ, ਥੋੜੇ ਘੱਟ ਨੂੰ ਲੱਗ ਜਾਵੇ ਤਾਂ ਵੀ ਠੀਕ ਹੈ। 70% ਜਿਹੜੀ ਕਮਿਊਨਿਟੀ ਦੇ ਜਿਹੜੇ ਐਕਸਪਰਟ ਹੈਗੇ ਆ, ਇਨਫੈਕਸ਼ੀਅਸ ਡਿਜ਼ੀਜ਼ ਦੇ ਐਕਸਪਰਟ ਆ, ਉਹ ਕਹਿੰਦੇ ਆ ਵੀ ਕਰੀਬਨ 60 ਤੋਂ 70, ਬਟ WHO ਕਹਿ ਰਿਹਾ ਵੀ 70% ਲੋਕਾਂ ਨੂੰ ਅਗਰ ਲੱਗ ਜਾਏ ਉਸ ਏਰੀਆ 'ਚ ਫਿਰ ਕੋਵਿਡ ਜਿਹੜਾ ਹੈਗਾ ਉਹ ਸਪਰੈਡ ਹੋਣਾ ਹੌਲੀ ਹੌਲੀ ਘਟ ਜਾਂਦਾ। ਸੋ ਆਪਾਂ ਇਹਨੂੰ ਕਮਿਊਨਿਟੀ ਇਮਿਊਨਿਟੀ ਜਾਂ ਇਹਨੂੰ ਹਰਡ HERD ਇਮਿਊਨਿਟੀ ਵੀ ਕਹਿੰਦੇ ਆ। ਡਾਕਟਰ ਸਾਹਿਬ ਜਿਹੜਾ 2 ਕੰਪਨੀਆਂ ਦੀ ਵੈਕਸੀਨ ਹੁਣ ਆ ਰਹੀ ਆ, ਤੀਜੀ ਦੀ ਆਕਸਫੋਰਡ ਵਾਲੀ ਦੀ ਵੀ ਗੱਲਬਾਤ ਚੱਲ ਰਹੀ ਹੈ, ਸੁਣਨ 'ਚ ਆ ਰਿਹਾ ਵੀ 150-200 ਕੰਪਨੀਆਂ ਲੱਗੀਆਂ ਆ ਬਣਾਉਣ। ਜੇ ਪਹਿਲੀਆਂ ਦੀ ਆ ਗਈ ਤਾਂ ਫਿਰ ਉਹ ਬਾਕੀਆਂ ਦੀ ਵੀ ਵਿਕੂਗੀ, ਵੀ ਕਿਹਨੇ ਕਿਹੜੀ ਲੈਣੀ ਹੈ? ਦੇਖੋ ਗੱਲ ਇੱਦਾਂ ਵੀ ਹਰ ਇੱਕ ਜਿਹੜਾ ਬਾਇਓਟੈਕ ਕੰਪਨੀ ਹੈਗੀ ਆ, ਇਸ ਵੇਲੇ ਬਾਇਓਟੈਕ ਇੰਡਸਟਰੀ ਜਿਹੜੀ ਹੈਗੀ ਆ ਉਹ ਅਰਸ਼ਾਂ ਤੇ ਹੈਗੀ ਆ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇੱਕ ਡੋਜ਼ $50 ਦਾ। ਔਰ ਦੇਖੋ ਆਵਾਮ ਜਿਹੜਾ ਆਲਮੋਸਟ ਹੁਣ 8 ਬਿਲੀਅਨ ਦੇ ਲਾਗੇ ਅੱਪੜ ਗਿਆ। ਸੋ देयर इज अबाउट $400 ਬਿਲੀਅਨ ਇਸ ਇੰਡਸਟਰੀ ਦੇ ਵਿੱਚ, ਹੈ ਨਾ ਜੀ। ਸੋ ਇਸ ਲਈ ਇਹ ਡੇਟਾ ਜਿਹੜਾ ਹੈਗਾ ਇੱਕ ਇੰਡੀਪੈਂਡੈਂਟ ਕਾਉਂਸਲ ਰਿਵਿਊ ਕਰਦੀ ਆ,
ਵੀ ਸਹੀ ਤਰੀਕੇ ਦੇ ਨਾਲ ਕੰਮ ਹੋਇਆ ਕਿ ਨਹੀਂ ਹੋਇਆ। ਦੇਖੋ ਮੁੱਢਲੇ ਦਿਨਾਂ 'ਚ ਸਾਡੀ ਚਾਈਨਾ ਦੇ ਨਾਲ ਸੰਧੀ ਸੀ, ਕੈਂਸਾਈਨੋ ਬਾਇਓਲੋਜੀਕਲ ਦੇ ਨਾਲ, ਹੈ ਨਾ। ਜੀ ਉਹਨਾਂ ਨੂੰ ਹੈਲੀਫੈਕਸ ਤੋਂ ਸਾਰਾ ਵੈਕਸੀਨ ਦਾ ਮਟੀਰੀਅਲ ਅਸੀਂ, ਜਿਹਨੂੰ ਆਪਾਂ ਕਹਿੰਦੇ ਬ੍ਰੇਨ ਮਟੀਰੀਅਲ ਅਸੀਂ ਦਿੱਤਾ। ਉਹਦੇ ਬਾਅਦ ਲੜਾਈ ਪੈ ਗਈ, ਉਹ ਸੰਧੀ ਟੁੱਟ ਗਈ। ਸੋ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਅਸੀਂ ਜਾ ਨਹੀਂ ਸਕਦੇ। ਚਾਈਨਾ ਦੇ ਵਿੱਚ 3 ਕੰਪਨੀਆਂ ਫੇਜ਼ 3 ਟਰਾਇਲ ਦੇ ਐਂਡ 'ਚ ਆ ਰਹੀਆਂ, ਰਸ਼ੀਆ 'ਚ 2 ਕੰਪਨੀਆਂ ਫੇਜ਼ 3 ਟਰਾਇਲ ਦੇ ਐਂਡ 'ਚ ਆ ਰਹੀਆਂ। ਇੰਡੀਆ ਵਾਲੇ ਜ਼ਿਆਦਾ ਰਸ਼ੀਆ ਦੇ ਨਾਲ ਸੰਧੀ ਕਰਨਾ ਚਾਹੁੰਦੇ ਆ। ਜਿਹੜੇ ਆਕਸਫੋਰਡ ਵਾਲੇ ਆ ਉਹ ਵੀ ਇੰਡੀਆ ਦੇ ਨਾਲ ਸੰਧੀ ਕਰ ਚੁੱਕੇ ਆ। ਜਿਹੜਾ ਸੀਰਮ ਇੰਸਟੀਚਿਊਟ ਆਫ ਇੰਡੀਆ ਪੂਨੇ ਹੈਗਾ, ਜਿੱਥੇ ਪੂਨੇ ਵਾਲਾ ਪਰਿਵਾਰ, ਦੇਖੋ ਪੂਨੇ ਵਾਲਾ ਪਰਿਵਾਰ ਦੇ ਨਾਂ ਦੇ ਉੱਤੇ ਪੂਨੇ ਹੈ। ਜਿੱਦਾਂ ਹੁਣ ਆਪਾਂ ਸਕਾਟ ਰੋਡ ਦੇ ਲਾਗੇ ਖਲੋਤੇ ਆ ਨਾ, ਹਾਂਜੀ ਹਾਂਜੀ ਸਕਾਟ ਫੈਮਿਲੀ ਸੀ, ਗਿਲਫੋਰਡ ਹੈਗਾ ਗਿਲਫੋਰਡ ਫੈਮਿਲੀ ਸੀ, ਤੇ ਜਿਹੜੀ ਮਤਲਬ ਸਰੀ ਵੀ ਵੰਡੀ ਹੋਈ ਸੀ ਰਜਵਾੜਿਆਂ ਦੇ ਵਿੱਚ ਅੱਜ ਤੋਂ 100-150 ਸਾਲ ਪਹਿਲਾਂ। ਸੋ ਜਿਹੜਾ ਪੂਨਾ ਵਾਲਾ ਫੈਮਿਲੀ ਹੈਗੀ ਆ, ਉਹਨਾਂ ਦਾ ਸਭ ਤੋਂ ਵੱਡਾ ਵਰਲਡ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਵੈਕਸੀਨ ਮੈਨੂਫੈਕਚਰਿੰਗ ਪਲਾਂਟ ਹੈਗਾ, ਜਿਹੜਾ ਉਹ 1 ਬਿਲੀਅਨ ਵੈਕਸੀਨ ਪਰ ਈਅਰ ਮੈਨੂਫੈਕਚਰ ਕਰ ਸਕਦੇ, ਉਸ ਤੋਂ ਜ਼ਿਆਦਾ। ਉਹਨਾਂ ਨੇ ਐਸਟਰਾਜੈਨਿਕਾ ਔਰ ਆਕਸਫੋਰਡ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਆਪਣੇ 250 ਮਿਲੀਅਨ US$ ਵੀ ਇਨਵੈਸਟ ਕੀਤੇ ਨਵੇਂ ਮਸ਼ੀਨਾਂ ਲਾਉਣ 'ਚ। ਤੇ ਉਹ ਕਹਿੰਦੇ ਹਿੰਦੁਸਤਾਨ 'ਚ ਅਸੀਂ ਇਹ ਜਿਹੜੀ ਵੈਕਸੀਨ ਹੈਗੀ ਆ ਕਰੀਬਨ $18 ਤੋਂ $20 ਦੇ ਵਿੱਚ ਦੇਣ ਨੂੰ ਤਿਆਰ ਹਾਂ, ਜਿਹੜੀ ਬਾਹਰ ਵੈਸਟਰਨ ਵਰਲਡ 'ਚ $50 ਦੀ ਮਤਲਬ ਜਿਹੜੀ ਹੈਗੀ ਆ। ਸੋ ਕਿਤੇ ਨਾ ਕਿਤੇ ਸਬਸਿਡੀ ਵੀ ਹੋਊਗੀ, ਗਵਰਨਮੈਂਟ ਨੂੰ ਵੀ ਪੈਸੇ ਖਰਚਣੇ ਪੈਣੇ ਆ, ਸਾਨੂੰ ਵੀ ਦਿਆਲਤਾ ਜਿਹੜੀ ਹੈਗੀ ਆ, ਕਿਉਂਕਿ ਮਾਨਸ ਕੀ ਜਾਤ ਸਭ ਹੈ ਕਿ ਪਹਿਚਾਨ ਉਹ ਸਾਡੇ ਭੈਣ ਭਰਾ ਹੀ ਆ, ਭਾਵੇਂ ਚਲੋ ਉਹਨਾਂ ਕੋਲ ਪੈਸੇ ਥੋੜੇ ਘੱਟ ਆ, ਉਹਨਾਂ ਦੀ ਪ੍ਰੋਟੈਕਸ਼ਨ ਦਾ ਜਿੰਮਾ ਸਾਡੇ ਹੱਥ 'ਚ ਹੀ ਆ। ਜਿਹੜੀਆਂ ਹੁਣ ਤੱਕ ਵੈਕਸੀਨਸ ਆ, ਜਿਵੇਂ ਪੋਲੀਓ ਆ, ਟਾਈਫਾਈਡ ਆ, ਇਹ ਸਾਰੀਆਂ ਮਤਲਬ ਪੋਲੀਓ ਦੀ ਇੱਕ ਕੰਪਨੀ ਬਣਾਉਂਦੀ, ਉਹੀ ਸਾਰੀਆਂ ਡਿਸਟ੍ਰੀਬਿਊਟ ਕੀਤੀਆਂ ਗਈਆਂ ਕਿ ਇਹਦੇ ਵਿੱਚ ਵੀ ਅਲੱਗ-ਅਲੱਗ ਕੰਪਨੀਆਂ ਹੁੰਦੀਆਂ ਜਿਹੜੀਆਂ ਆਲਰੇਡੀ ਵੈਕਸੀਨਸ ਹੈਗੀਆਂ? ਬਹੁਤ ਅੱਛਾ ਕੁਐਸਚਨ ਹੈ ਡਾਕਟਰ ਸਾਹਿਬ ਤੁਹਾਡਾ। ਵੀ ਇਸ ਵੇਲੇ ਵਰਲਡ ਦੇ ਵਿੱਚ 78% ਮੈਨੂਫੈਕਚਰ ਜਿਹੜੀ ਵੈਕਸੀਨ ਦੀ ਸੀਰਮ ਇੰਸਟੀਚਿਊਟ ਆਫ ਇੰਡੀਆ ਪੂਨੇ ਹੋ ਰਹੀ। ਅੱਛਾ ਜੀ। ਭਾਵੇਂ ਟੈਕਨੋਲੋਜੀ ਜਿੱਥੇ ਮਰਜ਼ੀ ਵਿਕਸਿਤ ਹੋਏ, ਉਹ ਟੈਕਨੋਲੋਜੀ ਉਹਨਾਂ ਨੂੰ ਦਿੱਤੀ ਜਾਂਦੀ ਆ। ਉਹ ਫਿਰ ਉਹਨਾਂ ਕੋਲ ਪਲਾਂਟ ਇੰਨਾ ਵੱਡਾ ਹੈਗਾ, ਮੈਨ ਪਾਵਰ ਬਹੁਤ ਵੱਡੀ ਆ, ਉਹਨਾਂ ਦੇ ਜਿਹੜੇ ਗਾਈਡਲਾਈਨਸ ਆ ਬਿਲਕੁਲ ਯੂਰੋਪੀਅਨ ਔਰ ਵੈਸਟਰਨ ਸਟੈਂਡਰਡ ਦੇ ਨਾਲ ਮੀਟ ਕਰਦੇ ਆ। ਤੇ ਸਾਡੇ ਬੱਚਿਆਂ ਨੂੰ ਜਿਹੜੀ ਇੱਥੇ ਆਮ ਜਿਹੜੀਆਂ ਟੀਕੇ ਲੱਗੀਆਂ ਸਾਰੀਆਂ ਹਿੰਦੁਸਤਾਨ 'ਚ ਮੈਨੂਫੈਕਚਰ ਹੋਈਆਂ ਸੀ, ਭਾਵੇਂ ਉਹਦੀ ਰਿਸਰਚ ਜਿੱਥੇ ਮਰਜ਼ੀ ਹੋਈ ਹੋਵੇ। ਇਹ ਕੰਪਨੀ ਇੱਕ ਹੀ ਹੁੰਦੀ ਹੈ ਜੀ? ਇਹ ਕਿਉਂਕਿ 1950 ਦਹਾਕੇ 'ਚ ਇਹ ਸਟੱਡ ਫਾਰਮ ਹੁੰਦਾ ਸੀ ਉਹਨਾਂ ਦਾ, ਮੈਂ ਵਿਜ਼ਿਟ ਵੀ ਕੀਤਾ। ਤੇ ਇਹਨਾਂ ਦੇ ਜਿਹੜੇ ਗ੍ਰੈਂਡਫਾਦਰ ਘੋੜਿਆਂ ਦੇ ਸ਼ੌਕੀਨ ਸੀ, ਉਦੋਂ ਮੈਨੂਫੈਕਚਰ ਵਾਸਤੇ ਨਾ ਘੋੜਿਆਂ ਦੇ ਵਿੱਚ ਇੰਜੈਕਸ਼ਨ ਲਾ ਕੇ, ਕਿਉਂਕਿ ਉਹ 'ਚ ਲਹੂ ਜ਼ਿਆਦਾ ਹੁੰਦਾ ਹੈ ਨਾ, ਉਹਦੇ ਬਲੱਡ ਦੇ ਵਿੱਚੋਂ ਐਂਟੀਬਾਡੀਜ਼ ਲੈਂਦੇ ਸੀ। ਬਹੁਤ ਪੁਰਾਣਾ ਟੈਕਨੋਲੋਜੀ ਸੀ। ਹੌਲੀ ਹੌਲੀ ਉਹਨਾਂ ਨੇ ਦੇਖਿਆ ਵੀ ਇਹਦੇ ਵਿੱਚ ਤਾਂ ਮਤਲਬ ਅਸੀਂ ਦੇਸ਼ ਦੀ ਸੇਵਾ ਵੀ ਕਰ ਸਕਦੇ ਹਾਂ, ਪੈਸਾ ਵੀ ਇਨਵੋਲਵਡ ਹੈਗਾ। ਸੋ ਉਹਨਾਂ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਗਵਰਨਮੈਂਟ ਦੇ ਨਾਲ ਕੋਲੈਬੋਰੇਸ਼ਨ ਕਰਕੇ ਪਲਾਂਟ ਲਾਇਆ ਆਪਣੇ ਪੈਸਿਆਂ ਦੇ ਨਾਲ। ਤੇ ਉਹਨਾਂ ਨੂੰ ਫਿਰ ਹੌਲੀ ਹੌਲੀ ਜਾਂਦੇ ਰਹੇ। ਟੈਕਨੋਲੋਜੀ ਮੋਸਟਲੀ ਉਹਨਾਂ ਦੀ ਲੰਡਨ ਦੇ ਨਾਲ ਹੀ ਗੰਦ ਟੋਪ ਹੁੰਦੀ ਰਹੀ, ਤੇ ਹੌਲੀ ਹੌਲੀ ਉਹ ਇੱਕ ਵੱਡੀ ਇੰਡਸਟਰੀ ਬਣੀ। ਜਿੱਦਾਂ ਹੁਣ ਬਾਇਓਐਨਟੈਕ ਆ ਜਰਮਨੀ ਦੀ, ਜਿਨ੍ਹਾਂ ਨੇ ਫਾਈਜ਼ਰ ਦੇ ਨਾਲ ਕੀਤਾ ਹੈ ਨਾ, ਬਹੁਤ ਵੱਡੀ ਬਾਇਓਟੈਕ ਕੰਪਨੀ ਆ। ਉਸ ਹਿਸਾਬ ਦੇ ਨਾਲ ਇਹ ਵੀ ਬਹੁਤ ਵੱਡੀ ਬਾਇਓਟੈਕ ਕੰਪਨੀ ਹੈਗੀ ਆ, ਜਿਹੜੀ ਮਤਲਬ ਮੈਨੂਫੈਕਚਰਿੰਗ ਦੀ ਕਾਸਟ ਨੂੰ ਬਹੁਤ ਘਟਾ ਕੇ ਤੁਹਾਨੂੰ 100% ਵਧੀਆ ਪ੍ਰੋਡਕਟ ਦਿੰਦੀ। ਤੇ ਡਾਕਟਰ ਸਾਹਿਬ, ਇਹਦੇ ਵਿੱਚ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਵੈਕਸੀਨਸ ਆ ਸਾਡੇ ਸਾਹਮਣੇ ਆਉਂਦੀਆਂ, ਜਦੋਂ ਇਹ ਲੱਗਦੀਆਂ ਆ, ਇਹਦਾ ਕੋਈ ਪੋਸਟ ਐਨਾਲਿਸਿਸ ਵੀ ਹੁੰਦਾ? ਲੱਗਣ ਤੋਂ ਬਾਅਦ ਵੀ ਇਹਦੀ ਰਿਸਰਚ ਜਾਰੀ ਰਹਿੰਦੀ ਆ, ਵੀ ਉਹਦੇ ਤੋਂ ਬਾਅਦ ਵੀ ਇੰਪਰੂਵ ਹੋ ਸਕਦੀ ਹੁੰਦੀ ਹੈ, ਜਾਂ ਇਹ ਜਿਹੜੀ ਬਣ ਗਈ ਬਸ ਇਹ ਫਾਈਨਲ ਹੈ ਜੀ? ਨਹੀਂ, ਅਜੇ ਤਾਂ ਬੜਾ ਕੁਛ ਇਹਦੇ ਵਿੱਚ ਚੇਂਜਸ ਹੋਣਾ। ਇਹ ਤਾਂ ਮਤਲਬ ਮੁੱਢਲੇ ਸਟੇਜਸ ਦੀ ਆਪਾਂ ਗੱਲਾਂ ਕਰ ਰਹੇ ਹਾਂ। ਜਿਹੜੀ ਅੱਛੀ ਨਿਊਜ਼ ਹੈਗੀ ਹੈ ਵੀ ਐਟਲੀਸਟ ਕੁਛ ਤਾਂ ਚੀਜ਼ ਸਾਹਮਣੇ ਆਈ ਆ। ਅਗਰ ਸਮਝੋ ਤੁਹਾਨੂੰ ਭੁੱਖ ਲੱਗੀ ਆ, ਫਿਰ ਭਾਵੇਂ ਰੋਟੀ ਭਾਵੇਂ ਸੁੱਕੀ ਵੀ ਹੋਵੇ, ਦਾਲ ਇੱਕੋ ਹੋਵੇ ਤਾਂ ਠੀਕ ਆ, ਬਾਅਦ 'ਚੋਂ ਫਿਰ 2-4 ਸਬਜ਼ੀਆਂ ਵੀ ਆ ਸਕਦੀਆਂ, ਹੈ ਨਾ, ਤੱਤੀ ਰੋਟੀ ਵੀ ਆ ਸਕਦੀ ਆ। ਉੱਦਾਂ ਹੀ ਇਹ ਤਾਂ ਸਟਾਰਟ ਆ ਕੋਵਿਡ ਦੀ ਜਿਹੜੇ ਪਤਨ ਵਾਸਤੇ ਜਿਹੜੇ ਪਹਿਲੇ ਸਟੈਪ ਆਪਾਂ ਗੱਲ ਕਰ ਰਹੇ ਹਾਂ। ਹੋ ਸਕਦਾ ਸਾਲ ਬਾਅਦ ਆਪਾਂ ਖਬਰ ਦਈਏ ਵੀ ਇਹ ਵੈਕਸੀਨ ਜਿਹੜੀ ਹੈਗੀ ਆ ਇੰਨੀ ਚੀਪ ਆ, ਇੰਨੀ ਇਫੈਕਟਿਵ ਆ, ਇੱਕੋ ਡੋਜ਼ 'ਚ ਕੰਮ ਕਰ ਜਾਂਦੀ ਆ, ਮੇਬੀ ਪੂਰੀ ਲਾਈਫ ਤੁਹਾਨੂੰ ਪ੍ਰੋਟੈਕਸ਼ਨ ਦਿੰਦੀ ਆ। ਇਹੋ ਜਿਹੀ ਗੱਲਾਂ ਵੀ ਆਉਣਗੀਆਂ। ਇਹਦੇ ਬਾਰੇ ਕਿਹਾ ਜਾਂਦਾ ਹੈ 90% ਇਫੈਕਟਿਵ ਆ, ਕੋਈ ਕਹਿੰਦਾ 95% ਆ। ਜਿਹੜੀਆਂ ਪਹਿਲੀਆਂ ਵੈਕਸੀਨਸ ਬਣੀਆਂ ਆ ਉਹ ਵੀ ਇਦਾਂ ਹੀ ਹੁੰਦੀਆਂ, ਜਾਂ ਉਹ 100% ਹੁੰਦੀਆਂ, ਜਾਂ ਇਹ ਉਹਨਾਂ ਨੂੰ ਘੱਟ ਵੱਧ ਆ ਕੁਛ? ਦੇਖੋ, ਅੱਛੀ ਵੈਕਸੀਨ ਜਿਹੜੀ ਹੈਗੀ ਹੈ 70% ਤੋਂ ਉੱਤੇ ਚੱਲਣੀ ਚਾਹੀਦੀ ਹੈ ਨਾ ਜੀ। ਹੁਣ ਏਡਸ ਦੀ ਮਹਾਮਾਰੀ ਨੂੰ ਅੱਜ 40 ਸਾਲ ਹੋ ਗਏ ਜੀ। ਬੜਾ ਕੋਸ਼ਿਸ਼ ਕੀਤਾ ਵੀ ਉਹਦੇ ਉੱਤੇ ਵੈਕਸੀਨ ਬਣੇ, ਲੇਕਿਨ 30% ਤੋਂ ਜ਼ਿਆਦਾ ਕਾਰਗਰ ਕੋਈ ਸਾਬਤ ਨਾ ਹੋਏ। ਸੋ ਇਸ ਲਈ ਏਡਸ ਦੀ ਵੈਕਸੀਨ ਬਣ ਨਾ ਸਕੀ। ਜਿਹੜੀਆਂ ਆਪਾਂ ਬਿਮਾਰੀਆਂ ਦੀ ਗੱਲ ਕੀਤੀ, ਜਿੱਦਾਂ ਪੋਲੀਓ ਹੋ ਗਿਆ, ਡਿਪਥੇਰੀਆ ਹੋ ਗਿਆ, ਮੈਨੇਂਜਾਈਟਿਸ ਹੋ ਗਈ, ਕੰਨ ਪੇੜੇ ਹੋ ਗਏ, ਮਿਜ਼ਲਸ, ਮਮਸ, ਰੂਬੈਲਾ, ਟੈਟਨਸ, ਇਹਦੇ 'ਚ ਜਿਹੜੀਆਂ ਹੈਗੀਆਂ 95 ਤੋਂ 99% ਹੁੰਦੀਆਂ ਜਾ ਰਹੀਆਂ ਇਫੈਕਟਿਵ, ਆਲਮੋਸਟ 100% ਦੇ ਲੱਗ ਗਏ। ਹੁਣ ਜਦੋਂ ਇਹ ਵੀ ਟਰਾਇਲ ਜਿਹੜੀਆਂ ਹੈਗੀਆਂ, ਸਮਝੋ ਹੁਣ ਆਪਾਂ ਮੋਡਰਨਾ ਦੀ ਗੱਲ ਕਰੀਏ ਨਾ, ਉਹ ਕਹਿੰਦੇ 95% ਇਫੈਕਟਿਵ ਹੈ ਨਾ। ਜਿਹੜੇ 15,000 ਉਹਨਾਂ ਦੇ ਬਾਸ਼ਿੰਦੇ ਸੀ 30,000 ਤੋਂ, ਉਹਨਾਂ ਨੂੰ ਉਹਨਾਂ ਨੇ ਲੂਣ ਵਾਲਾ ਪਾਣੀ ਇੰਜੈਕਟ ਕੀਤਾ, ਵੈਕਸੀਨ ਦਿੱਤੀ ਨਹੀਂ ਸੀ,
ਜਿਹੜੇ ਬਾਕੀ 15000 ਸੀ ਉਹਨਾਂ ਨੂੰ ਵੈਕਸੀਨ ਦਿੱਤੀ ਸੀ, ਲੇਕਿਨ ਜਿਹੜਾ ਇੰਜੈਕਟ ਕਰ ਰਿਹਾ ਸੀ ਟੈਕਨੀਸ਼ੀਅਨ ਜਾਂ ਡਾਕਟਰ, ਉਹਨੂੰ ਵੀ ਨਹੀਂ ਪਤਾ ਸੀ ਕਿ ਇੰਜੈਕਟ ਹੋ ਰਿਹਾ। ਜਿਹੜਾ ਪੇਸ਼ੈਂਟ ਜਾਂ ਵੋਲੰਟੀਅਰ ਸੀ ਉਹਨੂੰ ਵੀ ਨਹੀਂ ਪਤਾ ਸੀ ਉਹਦੀ ਬਾਡੀ 'ਚ ਕੀ ਹੋ ਰਿਹਾ। ਫਿਰ ਸਾਰਿਆਂ ਨੂੰ ਕੋਵਿਡ ਤੇ ਐਕਸਪੋਜ਼ ਕੀਤਾ। ਤਾਂ ਉਹਦੇ ਵਿੱਚ ਜਿਹੜੇ ਹੈਗੇ ਆ 95 ਕੇਸਿਸ ਜਿਹੜੇ ਹੈਗੇ ਆ ਜ਼ਿਆਦਾ ਆਏ 100 ਦੇ ਵਿੱਚੋਂ ਕੰਪੇਅਰ ਟੂ 5 ਜਿਹੜੇ ਗਰੁੱਪ 'ਚ ਵੈਕਸੀਨ ਲੱਗੀ ਹੋਈ ਸੀ ਔਰ ਉਹਨਾਂ ਨੂੰ ਪਤਾ ਸੀ ਕਿਹਨੂੰ ਗਰੁੱਪ ਨੂੰ ਲੱਗੀ। ਔਰ ਉਹ 'ਚ ਜਿਹੜਾ ਕੋਵਿਡ ਦਾ ਕੇਸ ਆਇਆ ਉਹ ਬੜਾ ਮਾਈਲਡ ਸੀ, ਉਹਨਾਂ ਨੂੰ ਕਿਸੇ ਨੂੰ ਹਸਪਤਾਲ ਜਾਣ ਦੀ ਲੋੜ ਵੀ ਨਹੀਂ ਪਈ। ਸੋ ਪ੍ਰੈਕਟੀਕਲੀ ਤੌਰ ਤੇ ਆਪਾਂ ਕਹੀਏ ਵੀ ਉਹਨਾਂ ਨੂੰ ਕੋਵਿਡ ਪੋਜ਼ਿਟਿਵ ਹੋਇਆ, ਲੇਕਿਨ ਫਿਰ ਵੀ ਉਹ ਹਸਪਤਾਲ ਨਹੀਂ ਗਏ ਤੇ 95 to 99% ਇਫੈਕਟਿਵ ਹੈ। ਜਿੱਦਾਂ ਤੁਸੀਂ ਦੱਸਿਆ ਵੀ ਇੱਕ ਆਮ ਬੰਦੇ ਤੱਕ, ਸਾਡੇ ਤੱਕ, ਮੇਰੇ ਤੱਕ ਜਿਹੜੀ ਵੈਕਸੀਨ 1 ਸਾਲ ਲੱਗ ਜਾਣਾ ਲੱਗਦੀ ਜੀ ਜੀ। ਜਿਹੜਾ ਪਹਿਲਾ ਗਰੁੱਪ ਆ ਉਹਦੇ ਤੱਕ ਪਹੁੰਚਦੇ ਨੂੰ ਅਜੇ ਕੁਝ ਮਹੀਨੇ ਲੱਗ ਜਾਣੇ ਆ। ਇਹ ਥਰਡ ਵੇਵ ਵੀ ਆ ਸਕਦੀ ਹੈ? ਦੇਖੋ ਆਪਾਂ ਸੈਕੰਡ ਵੇਵ ਦੇ ਹੁਣ ਸਿਖਰ ਦੇ ਉੱਤੇ ਖਲੋਤੇ ਹੋਏ ਆ। ਇਹ ਵੇਵ ਜਿਹੜੀ ਵੇਵ ਹੀ ਰਹੀ, ਸੁਨਾਮੀ ਨਾ ਬਣੇ। ਸੁਨਾਮੀ ਤਾਂ ਆ ਵੀ ਜਦ ਸਾਡੇ ਨੰਬਰ ਬਿਲਕੁਲ ਸਕਾਈ ਰੌਕਟਿੰਗ ਹੋ ਗਏ। ਮੈਜਰਸ ਲਿੱਤੇ ਜਾ ਰਹੇ ਆ। ਕੱਲ ਮਾਨਯੋਗ ਸਾਡੇ ਪ੍ਰੀਮੀਅਰ ਸਾਹਿਬ ਨੇ ਕਿਹਾ ਵੀ ਆਪਾਂ ਟਰੈਵਲਿੰਗ ਜਿਹੜੀ ਹੈਗੀ ਆ ਉਹ ਬੰਦ ਕਰੀਏ, ਹੈ ਨਾ, ਇੱਕ ਦੂਜੇ ਤੋਂ ਪ੍ਰੋਵਿੰਸ ਤੋਂ ਇੰਟਰ ਪ੍ਰੋਵਿੰਸ਼ੀਅਲ ਟਰੈਵਲਿੰਗ। ਅੱਜ ਵੀ ਉਹਨਾਂ ਨੇ ਸ਼ਾਮੀ ਜਾਂ ਦੁਪਹਿਰੇ ਸਟੇਟਮੈਂਟ ਦੇਣਾ। ਮੈਨੂੰ ਲੱਗਦਾ ਮੈਜਰਸ ਔਰ ਸਖਤੀ ਵਾਲੇ ਹੋਣਗੇ। ਜਿਹੜੇ ਹੁਣ ਮਾਮਲੇ ਆ ਰਹੇ ਆ ਤੁਸੀਂ ਹੈਰਾਨ ਹੋਗੇ। ਵਰਕ ਪਲੇਸ ਤੋਂ ਨਹੀਂ ਆ ਰਹੇ, ਸੈਲੂਨ ਤੋਂ ਨਹੀਂ ਆ ਰਹੇ, ਰੈਸਟੋਰੈਂਟ ਤੋਂ ਨਹੀਂ ਆ ਰਹੇ, ਸਕੂਲਾਂ ਤੋਂ ਬਹੁਤ ਘੱਟ ਆ ਰਹੇ ਆ। ਇਹ ਜ਼ਿਆਦਾ ਆ ਰਿਹਾ ਘਰਾਂ ਦੇ ਵਿੱਚ। ਸੋ ਸਾਡੀ ਸੋਸ਼ਲ ਇੰਟੀਗ੍ਰੇਸ਼ਨ ਕਰਕੇ ਵੀ ਇੱਕ ਦੂਜੇ ਦੇ ਨਾਲ ਆਪਾਂ ਖੁੱਲੇ ਸੁਭਾਅ ਦੇ ਨਾਲ ਮਿਲਣਾ ਜੁਲਣਾ ਸ਼ੁਰੂ ਕਰਤਾ ਸੀ। ਫੈਸਟੀਵਲ ਵੀ ਪਿੱਛੇ ਆਏ ਸੀ। ਇਹ ਸਾਰਾ ਥੈਂਕਸਗਿਵਿੰਗ ਦਾ ਜਿਹੜਾ ਤਕਰੀਬਨ ਹੁਣ ਇਸ 5-6 ਹਫ਼ਤੇ ਪਹਿਲੋਂ ਜਿਹੜਾ ਹੈਗਾ, ਉਸ ਤੋਂ 1-2 ਹਫ਼ਤੇ ਪਹਿਲੋਂ ਦਾ ਇਹ ਪਸਾਰ ਚੱਲਦਾ ਆ ਰਿਹਾ। ਸਾਰੇ ਜਿਹੜੇ ਨਵੇਂ ਮਾਮਲੇ BC 'ਚ ਹੈਗੇ 67% ਫਰੇਜ਼ਰ ਹੈਲਥ, ਮੇਰੀ ਮੁਰਾਦ ਸਰੀ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੇ। ਔਰ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਆ ਪੰਜਾਬੀ ਭਾਈਚਾਰੇ 'ਚ ਹੈਗੇ, ਸਾਊਥ ਈਸਟ ਏਸ਼ੀਅਨ 'ਚ। ਸੋ ਸਾਡੀ 2-3 ਗੱਲਾਂ। ਪਹਿਲੀ ਗੱਲ ਤਾਂ ਇਹ ਹੈਗੀ ਹੈ ਵੀ ਅਸੀਂ ਬਹੁਤ ਸੰਯੁਕਤ ਪਰਿਵਾਰ ਰਹਿੰਦੇ ਹਾਂ, ਜੁਆਇੰਟ ਫੈਮਲੀਜ਼, ਸੰਘਣੀ ਵਸੋਂ 'ਚ ਰਹਿੰਦੇ ਹਾਂ। ਔਰ ਅਸੀਂ ਘਰਾਂ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਹੈਗਾ ਜਿਹਨੂੰ ਮਾੜਾ ਜਿਹਾ ਨੱਕ ਵਗਦਾ, ਖੰਘ ਜ਼ੁਕਾਮ ਆ, ਉਹਨੂੰ ਫਿਰ ਕੋਈ ਗੱਲ ਨਹੀਂ, ਆ ਜਾ ਤੂੰ, ਵੇਖਾਂਗੇ, ਖਾ ਪੀ ਲਈਏ, ਮਿਲ ਜੁਲ ਰਹੀਏ, ਹੈ ਨਾ। ਇਹ ਕੋਵਿਡ ਤਾਂ ਚੱਲਦਾ ਰਹਿਣਾ। ਸੋ ਸਾਡੀ ਜਿਹੜੀ ਮਨੋਧਾਰਨਾਵਾਂ ਹੈਗੀਆਂ ਉਹ ਚੇਂਜ ਕਰਨੀਆਂ ਪੈਣੀਆਂ। ਸਟੈਟ ਕੈਨੇਡਾ ਨੇ ਕੁਝ ਦਿਨ ਪਹਿਲੋਂ ਰਿਵਿਊ ਦਿੱਤਾ ਸੀ ਵੀ 80% ਕੋਵਿਡ ਜਿਹੜਾ ਹੈਗਾ ਵਿਜ਼ੀਬਲ ਮਾਈਨੋਰਿਟੀ 'ਚ ਹੈਗਾ ਕੈਨੇਡਾ 'ਚ। ਮੇਰੀ ਮੁਰਾਦ ਸਾਊਥ ਈਸਟ ਏਸ਼ੀਅਨ, ਫਿਲੀਪੀਨੋ, ਅਫਰੀਕਨ ਮੂਲ ਦੇ ਜਾਂ ਜਿਹੜੇ ਇਮੀਗ੍ਰੈਂਟ ਪੋਪੂਲੇਸ਼ਨ ਆਏ। 50,000 ਤੋਂ ਥੱਲੇ ਜਿਹਦੀ ਫੈਮਿਲੀ ਇਨਕਮ ਆ ਉਹ 'ਚ ਕੋਵਿਡ ਜ਼ਿਆਦਾ। ਇਹਦਾ ਕੀ ਸੰਬੰਧ ਡਾਕਟਰ ਸਾਹਿਬ? ਇਹਦੇ 2-3 ਗੱਲਾਂ ਹੈਗੀਆਂ ਵੀ ਪਹਿਲਾਂ ਤਾਂ ਉਹ ਜਿਹੜੇ ਵਿਅਕਤੀ ਹੈਗੇ ਆ, ਜਿਹੜੇ ਹਸਬੈਂਡ ਵਾਈਫ ਜਾਂ ਜੋ ਵੀ ਐਡਲਟ ਆ, ਉਹ ਇਮੀਗ੍ਰੈਂਟ ਆਇਆ, ਉਹਨਾਂ ਦੀ ਡਿਗਰੀਆਂ ਤਾਂ ਇੱਥੇ ਵੈਲਿਡ ਨਹੀਂ ਆ, ਉਹ ਐਂਟਰੀ ਲੈਵਲ ਜੌਬ ਕਰਦੇ। ਐਂਟਰੀ ਲੈਵਲ ਜੌਬ 'ਚ ਤੁਹਾਨੂੰ ਕਸਟਮਰ ਜਾਂ ਕੋਈ ਵੀ ਲੋਕਾਂ ਦੇ ਨਾਲ ਜ਼ਿਆਦਾ ਉਲਝਣਾ ਪੈਂਦਾ। ਉਹ ਡੈਸਕ ਜੌਬ ਨਹੀਂ ਹੁੰਦਾ ਵੀ ਜਿੱਥੇ ਤੁਹਾਡੇ ਕੋਈ ਨਾ ਆਵੇ ਵੀ ਤੁਸੀਂ ਕੰਪਿਊਟਰ 'ਤੇ ਬਹਿ ਕੇ ਜੋ ਮਰਜ਼ੀ ਕਰੀ ਜਾਓ, ਰਾਈਟ। ਦੂਜੀ ਗੱਲ, ਉਹ ਕਿਰਾਏ 'ਚ ਰਹਿੰਦੇ ਆ ਜਾਂ ਬੇਸਮੈਂਟਾਂ 'ਚ ਰਹਿੰਦੇ ਆ ਜਿੱਥੇ 1 ਜਾਂ 2 ਬੈਡਰੂਮ ਹੈ, ਉਹਨਾਂ ਕੋਲ ਪੈਸੇ ਨਹੀਂ ਹੈਗੇ ਕਿ ਬੈੱਡ। ਮੇਰੇ ਖਿਆਲ ਨਾਲ ਸਰੀ 'ਚ ਵੀ ਹੁਣ ਇਸ ਵੇਲੇ 1000 ਤੋਂ ਉੱਤੇ ਆ ਰੈਂਟਲ, ਹੈ ਨਾ, 1000+। ਔਰ 2-3 ਬੈਡਰੂਮ ਦੇਖੋ ਤਾਂ 1,500-2 ਹਜ਼ਾਰ, ਹੈ ਨਾ। ਸੋ ਕਿਤੇ ਨਾ ਕਿਤੇ ਉਹ ਪਰਿਵਾਰ ਸਾਰਿਆਂ ਨੂੰ ਇੱਕ ਕਲੋਜ਼ਡ ਐਨਵਾਇਰਨਮੈਂਟ 'ਚ ਰਹਿਣਾ ਪੈਂਦਾ। ਤੀਜੀ ਗੱਲ, ਉਹਨਾਂ ਕੋਲ ਰਿਸੋਰਸਿਸ ਘੱਟ ਨੇ, ਜਿੱਦਾਂ ਅੱਛੇ ਨਿਊਟ੍ਰੀਸ਼ਨ ਵਾਸਤੇ, ਦੂਜੀ ਚੀਜ਼ਾਂ ਵਾਸਤੇ। ਔਰ ਚੌਥਾ, ਉਹਨਾਂ ਨੂੰ ਕਾਰਾਂ ਨਹੀਂ ਹੈਗੀਆਂ, ਤੁਰ ਕੇ ਜਾਣਾ ਪੈਂਦਾ, ਬੱਸ 'ਚ ਜਾਣਾ ਪੈਂਦਾ, ਟ੍ਰੇਨ 'ਚ ਜਾਣਾ ਪੈਂਦਾ। ਸੋ ਉਹਨਾਂ ਦਾ ਮਿਕਸਿੰਗ ਬੜਾ ਹੁੰਦਾ ਕਰਾਊਡ ਦੇ ਵਿੱਚ, ਇਸ ਲਈ ਜ਼ਿਆਦਾ ਰਿਸਕ ਹੈਗੇ ਆ। ਮੇਰੀ ਬੇਨਤੀ ਵੀ ਹੈਗੀ ਆ ਵੀ ਸਰਕਾਰ ਨੂੰ ਵੀ ਉੱਥੇ ਉਹਨਾਂ ਦੀ ਭਾਸ਼ਾ ਵਿੱਚ, ਦੇਖੋ ਪੰਜਾਬੀ 'ਚ ਤਾਂ ਅਸੀਂ ਬਹੁਤ ਕੁਛ ਕਰ ਰਹੇ ਹਾਂ, ਲੇਕਿਨ ਹੋਰ ਵੀ ਐਥਨਿਕ ਮਾਈਨੋਰਿਟੀਜ਼ ਹੈਗੇ, ਉਹਨਾਂ ਦੀ ਭਾਸ਼ਾਵਾਂ 'ਚ ਪ੍ਰੋਗਰਾਮ ਦਿੱਤੇ ਜਾਣ। ਉੱਥੇ ਹੈਲਥ ਕੇਅਰ ਡਾਲਰ ਜ਼ਿਆਦਾ ਇਨਵੈਸਟ ਕੀਤੇ ਜਾਣ ਔਰ ਉੱਥੇ ਸੁਵਿਧਾਵਾਂ ਜ਼ਿਆਦਾ ਲੈ ਕੇ ਆਉਣ। ਕਿਉਂਕਿ ਕੋਵਿਡ ਚਲੋ ਇੱਕ ਫੈਕਟਰ ਹੈਗਾ, ਅਗਰ ਤੁਸੀਂ ਕੈਂਸਰ ਦੇਖੋ, ਡਾਇਬਟੀਜ਼ ਦੇਖੋ, ਹਾਰਟ ਡਿਜ਼ੀਜ਼ ਦੇਖੋ, ਇਹ ਸਾਰੀਆਂ ਵਿਜ਼ੀਬਲ ਮਾਈਨੋਰਿਟੀਜ਼ 'ਚ ਜ਼ਿਆਦਾ। ਔਰ ਜਿੱਥੇ ਐਥਨਿਕ ਬੈਕਗਰਾਊਂਡ ਜ਼ਿਆਦਾ, ਜਿੱਥੇ ਇਮੀਗ੍ਰੈਂਟ ਪੋਪੂਲੇਸ਼ਨ ਜ਼ਿਆਦਾ, ਉਹ ਇਹ ਵੀ ਰੋਗ ਜ਼ਿਆਦਾ ਉੱਥੇ ਪਾਏ ਗਏ। ਬਹੁਤ ਸਾਰੇ ਬੱਚੇ ਨਹੀਂ ਗਏ ਸਕੂਲਾਂ ਦੇ ਵਿੱਚ, ਉਹਨਾਂ ਨੂੰ ਮਾਪਿਆਂ ਨੇ ਘਰ ਰੱਖਿਆ ਵੀ ਹੁਣ ਫਿਰ ਉਹਨਾਂ ਨੇ ਕਹਿ ਲਿਆ ਵੀ ਚਲੋ ਕੁਝ ਸਕੂਲ ਬੰਦ ਵੀ ਹੋਏ ਆ, ਜਿਹੜਾ ਇਹ ਵੱਧ ਰਿਹਾ ਵੀ ਜਦੋਂ ਇਹ ਠੀਕ ਠਾਕ ਹੋ ਜਾਊਗਾ ਉਦੋਂ ਭੇਜ ਦੇਵਾਂਗੇ। ਸਕੂਲ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਕੋਸ਼ਿਸ਼ ਕਰੋ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜੋ। ਇਹਦਾ ਕੀ ਕਾਰਨ ਹੈ ਜੀ? ਦੇਖੋ ਸਕੂਲਾਂ ਤੋਂ ਉੱਕ ਬੁੱਕ ਰਿਪੋਰਟ ਹੁੰਦੇ ਆ। ਔਰ ਕੋਵਿਡ ਜਿਹੜਾ ਹੈਗਾ ਇਹ ਅਸੀਂ ਦੇਖ ਲਿਆ, ਪਹਿਲੇ ਵੇਵ 'ਚ ਦੇਖ ਲਿਆ ਵੀ ਜ਼ਿਆਦਾ ਇਹ ਬਜ਼ੁਰਗਾਂ ਦੇ ਉੱਤੇ ਅਸਰ ਜ਼ਿਆਦਾ ਕਰਦਾ। ਬੱਚੇ ਸਿੱਖ ਹੋਏ ਆ, ਲੇਕਿਨ ਮੈਨੂੰ ਇਸ ਵੇਲੇ ਐਗਜ਼ੈਕਟ ਨੰਬਰ ਨਹੀਂ ਪਤਾ, ਬਟ ਮੈਂ ਕਹੂੰਗਾ ਅੱਜ ਅਗਰ ਕੈਨੇਡਾ ਦੇ ਨੰਬਰ 3,10,12,000 ਹੋ ਗਿਆ ਤੇ 10,000 ਤੋਂ ਥੱਲੇ ਆ। ਸੋ 10,000 ਤੋਂ ਥੱਲੇ ਕਹੀਏ ਤੇ ਲੈਸ ਦੈਨ 3 to 4%। ਉਹਦੇ ਵਿੱਚ ਕਹੀਏ ਤੇ ਤਕਰੀਬਨ 150-200 ਹਸਪੀਟਲ ਆਪਣੇ। 50% ਉਹ ਸੀ ਜਿਹੜੇ
ਕੋਵਿਡ ਦੇ ਲੱਛਣ ਕਰਕੇ ਨਹੀਂ ਗਏ ਸੀ, ਲੱਤ ਬਾਂਹ ਤੁੜਾ ਕੇ ਗਏ ਸੀ, ਉਹਨਾਂ ਨੂੰ ਹਸਪੀਟਲ ਐਡਮਿਟ ਕਰਨਾ ਸੀ ਜਾਂ ਉਹਦੇ ਆਪਰੇਸ਼ਨ ਕਰਨਾ ਸੀ, ਇਸ ਲਈ ਕੋਵਿਡ ਚੈੱਕ ਕਰਨਾ ਸੀ, ਉਹ ਪੋਜ਼ਿਟਿਵ ਆ ਗਿਆ। ਹਾਲਾਂਕਿ ਕੋਈ ਲੱਛਣ ਨਹੀਂ ਸੀ। 50% ਉਹ ਸਨ ਜਿਹੜੇ ਹਸਪੀਟਲ ਐਡਮਿਟ ਹੋਏ ਜਿਨ੍ਹਾਂ ਕੋਈ ਲੱਛਣ, ਔਰ ਕਰੀਬਨ 20-25 ICU ਚ ਗਏ, ਜਿਹੜਾ ਆਪਾਂ ਸਿੰਡਰੋਮ ਦੀ ਗੱਲ ਕੀਤੀ ਸੀ, ਜਿਹੜਾ ਮਲਟੀ ਸਿਸਟਮਿਕ ਇਨਫਲੇਮੇਟਰੀ ਸਿੰਡਰੋਮ। ਬਟ ਅੱਛੀ ਗੱਲ ਹੈ ਵੀ ਕੋਈ ਵੀ ਬੱਚੇ ਨੇ ਆਪਣੀ ਦਮ ਨਹੀਂ ਤੋੜਿਆ ਇਸ ਤੋਂ, ICU ਚ ਜਾ ਕੇ ਵੀ ਬੱਚੇ ਜਿਹੜੇ ਘਰਾਂ ਨੂੰ ਵਾਪਸ ਮੁੜੇ। ਸੋ ਇਹ ਪ੍ਰੀਡੋਮੀਨੈਂਟਲੀ ਬੱਚਿਆਂ ਦਾ ਡਿਜ਼ੀਜ਼ ਨਹੀਂ ਆ। ਹਾਂ, ਇੱਕ ਜਿੱਦਾਂ ਪਹਿਲਾਂ ਵੀ ਗਿਆ ਸੀ, ਸਾਡੇ ਸੰਯੁਕਤ ਪਰਿਵਾਰ ਨੇ, ਜੁਆਇੰਟ ਫੈਮਿਲੀ ਨੇ, ਸੰਘਣੇ ਪਰਿਵਾਰ ਨੇ, ਬੱਚਾ ਸਕੂਲੋਂ ਵਾਇਰਸ ਘਰ ਦੇ ਵਿੱਚ ਲੈ ਕੇ ਆ ਸਕਦਾ, ਬਜ਼ੁਰਗਾਂ ਨੂੰ ਦੇ ਸਕਦਾ। ਔਰ ਸੇਮ ਪ੍ਰੋਬਲਮ ਯੂਥ ਦੇ ਵਿੱਚ ਵੀ ਅਸੀਂ ਦੇਖ ਰਹੇ ਸੀ, ਜਿਹੜੇ ਆ ਪਾਰਟੀ ਬੱਸਿਸ, ਲਿਮੋਸ ਵਗੈਰਾ ਸਾਰੀਆਂ ਬੰਦ ਹੋਈਆਂ ਕਿਉਂਕਿ ਬੱਚੇ ਪਾਰਟੀਆਂ ਬਹੁਤ ਕਰ ਰਹੇ ਸੀ। ਸਮਰ ਜਿਹੜੀ ਹੈਗੀ ਆ, ਨਾਲੇ ਉਹ ਯੂਨੀਵਰਸਿਟੀ ਫਿਜ਼ੀਕਲੀ ਬੰਦ ਆ, ਉਹ ਜਿਹੜੇ ਹੈ ਇਹਨਾਂ ਦੇ ਆਨਲਾਈਨ ਕੋਰਸ, ਕਿਉਂਕਿ ਮੇਰਾ ਮੁੰਡਾ ਵੀ ਯੂਨੀਵਰਸਿਟੀ ਜਾਂਦਾ, ਹੁਣ ਘਰ ਬੈਠਾ ਉਹ ਆਨਲਾਈਨ ਕਰਦਾ, ਲੇਕਿਨ ਬੱਚਿਆਂ ਨੂੰ ਟਾਈਮ ਬਹੁਤ ਮਿਲ ਗਿਆ ਸ਼ਾਮਾਂ ਨੂੰ ਪਾਰਟੀਆਂ ਕਰਨ ਦਾ। ਸੋ ਜਿਹੜਾ ਹਾਰਮੋਨਸ ਹੈ ਨਾ, ਇੰਟੈਲੀਜੈਂਸ ਨੂੰ ਹਾਈਜੈਕ ਕਰ ਦਿੰਦਾ। ਸੋ ਉਹ ਵੀ ਇੱਕ ਮੀਡੀਅਮ ਸੀ ਸਪਰੈਡ ਹੁੰਦਾ। ਔਰ ਯੂਥ ਦੇ ਵਿੱਚ ਤੁਸੀਂ ਸਾਰੀ ਐਡਮਿਸ਼ਨ ਦੇਖ ਲਓ BC 'ਚ, 20 ਸਾਲ ਤੋਂ ਥੱਲੇ ਕੋਈ ਵੀ ਇਨਸਾਨ ਐਡਮਿਟਡ ਨਹੀਂ ਹਸਪੀਟਲ, ਸਾਰਾ ਉਸ ਤੋਂ ਉੱਤੇ ਹੀ। ਜੀ ਡਾਕਟਰ ਸਾਹਿਬ, ਆਖਰ ਦੇ ਵਿੱਚ ਸਾਨੂੰ ਦੱਸਿਓ ਕਿ ਆ ਜਿਹੜਾ ਸਮਾਂ ਹੈ, ਜਿੰਨਾ ਚਿਰ ਸਾਰਿਆਂ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਉਸ ਸਮੇਂ ਦੇ ਵਿੱਚ ਸਰੀਰਕ ਰੂਪ ਦੇ ਵਿੱਚ ਤਾਂ ਅਸੀਂ ਵਿਚਾਰ ਰੱਖਦੇ ਹੀ ਹਾਂ, ਆਤਮਿਕ ਤੌਰ ਤੇ ਮਾਨਸਿਕ ਤੌਰ ਦੇ ਉੱਤੇ ਕਿੱਦਾਂ ਸਟਰੋਂਗ ਰਹਿ ਸਕਦੇ ਹਾਂ ਜੀ? ਦੇਖੋ, ਇਹਦੇ ਵਿੱਚ ਮੈਂ ਹਮੇਸ਼ਾ ਕਹੂੰਗਾ ਵੀ ਸ਼ਬਦ ਗੁਰੂ ਦਾ ਸਹਾਰਾ ਲਈਏ। ਮਹਾਰਾਜ ਕਹਿੰਦੇ ਆ ਵੀ ਰੱਖੇ ਰੱਖਣ ਹਾਰ ਆਪ ਉਧਾਰੀਆਂ, ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ, ਹੋਵਾ ਆਪ ਦਿਆਲ ਮਨੋ ਨਾ ਵਿਸਾਰੀਆਂ, ਸਾਧ ਜਨਾ ਕੇ ਸੰਗ ਭਉ ਜਲ ਤਾਰੀਆਂ, ਸਾਕਤ ਨਿੰਦਕ ਦੁਸ਼ਟ ਖਿਨ ਮਾਏ ਬਿਦਾਰੀਆਂ, ਤਿਸ ਸਾਹਿਬ ਕੀ ਟੇਕ ਮਨੇ ਮਾਹੇ, ਜਿਤ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਸਰੀਰ ਮਨ ਸਾਰੇ ਅਰੋਗੀ ਹੋ ਸਕਦੇ, ਲੇਕਿਨ ਉਹਦੀ ਟੇਕ ਹਮੇਸ਼ਾ ਹੋਣੀ ਚਾਹੀਦੀ। ਟੇਕ ਹਮੇਸ਼ਾ ਮਤਲਬ ਜਿੱਦਾਂ ਬਾਬਾ ਨਾਮਦੇਵ ਕਹਿੰਦੇ ਆ ਵੀ ਮਨ ਮੇਰੋ ਗੱਜ ਜੇਬਾ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਾਸੀ। ਹੁਣ ਮੈਂ ਥੋੜ੍ਹਾ ਉਦਾਹਰਨ ਦਿੰਦਾ ਵੀ ਜਿੱਦਾਂ ਆਪਾਂ ਹੁਣ ਮੈਂ ਪੈਂਟ ਬੰਬੇ ਤੋਂ ਸਵਾਈ ਆ, ਪਹਿਲਾਂ ਮੈਂ ਕੱਪੜਾ ਲਿੱਤਾ ਸੀ 1.5 ਮੀਟਰ ਰੇਮੰਡ ਤੋਂ, ਫਿਰ ਮੈਂ ਟੇਲਰ ਕੋ ਗਿਆ, ਉਹਨੇ ਮੇਰਾ ਮਾਪ ਲਿੱਤਾ, ਫਿਰ ਉਹਨੇ ਚੌਕ ਦੇ ਨਾਲ ਡਰਾਇੰਗ, ਉਹਨੂੰ ਆਪਾਂ ਮਾਸਟਰ ਕਹਿੰਦੇ ਆ ਬੰਬੇ 'ਚ, ਪਤਾ ਨਹੀਂ ਹੋਰ ਪਾਸੇ ਕੀ ਕਹਿੰਦੇ। ਉਹ ਸੀਂਦਾ ਨਹੀਂ ਆ, ਉਹ ਖਾਲੀ ਮੈਜਰਮੈਂਟ ਲੈਂਦਾ, ਉਹ ਲੈ ਕੇ ਤੇ ਉਹ ਕੱਟ ਕੇ ਉਹ ਐਕਸਪਰਟ ਹੁੰਦਾ। ਫਿਰ ਉਹ ਸੀਣ ਵਾਲਾ ਉਹਨੂੰ ਤੋਪੇ ਲਾ ਕੇ ਸੀਂਦਾ, ਫਿਰ ਉਹ ਵਸਤੂ ਹੁੰਦੀ ਹੈ ਪਹੁੰਚ ਜੋਗੀ। ਸੋ ਬਾਬਾ ਨਾਮਦੇਵ ਕਹਿੰਦੇ ਵੀ ਮੈਂ ਗੱਜ ਦੇ ਮਨ ਮੇਰੋ ਗੱਜ, ਮਨ ਆ ਨਾ, ਉਹਨੂੰ ਗਜਾਂ ਦੇ ਨਾਲ ਮਿਣ ਕੇ ਆਪਣੀ ਜਿਹੜੀ ਜ਼ਬਾਨ ਦਾ ਸਿਮਰਨ ਆ, ਉਹ ਕੈਂਚੀ ਵਾਂਗਰ ਉਹਨੂੰ ਕੱਟਿਆ। ਅੱਛਾ ਜੀ। ਹਾਂ, ਫਿਰ ਲਾਸਟ 'ਚ ਉਸ ਪੌੜੀ 'ਚ ਕਹਿੰਦੇ ਆ ਵੀ ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿਤ ਮਨ ਹਰ ਸਿਓ ਲਾਗਾ। ਵੀ ਮੈਂ ਸੋਨੇ ਦੀ, ਹੁਣ ਤਾਂ ਮਸ਼ੀਨਾਂ ਆ ਗਈਆਂ, ਪਹਿਲਾਂ ਸੂਈ ਧਾਗੇ ਨਾਲ ਹੀ ਸੀਂਦੇ ਸੀ ਟੇਲਰ, ਹੈ ਨਾ। ਸੋ ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿਤ ਹਰ ਸਿਓ ਲਾਗਾ। ਵੀ ਜਿਹੜਾ ਮਨ, ਜਿਹੜਾ ਮੈਂ ਕੱਟ ਕੇ, ਜਿਹੜਾ ਮੇਰਾ ਖਿੰਡਿਆ ਹੋਇਆ ਸੀ, ਉਹਨੂੰ ਮੈਂ ਜੋੜਨਾ ਸ਼ੁਰੂ ਕੀਤਾ ਪਰਮਾਤਮਾ ਦੇ ਨਾਲ। ਸੋ ਇਹ ਟੈਕਨੀਕ ਹੈਗੀ, ਇੱਕ ਵਿਧੀ, ਇੱਕ ਵਿਧਾਨ ਆ। ਜਿੱਦਾਂ ਹੋਰ ਬਾਬਾ ਨਾਮਦੇਵ ਕਹਿੰਦੇ ਆ ਵੀ ਆਨੀਲੇ ਕਾਗਜ਼ ਕਾਟੀਲੇ ਗੁੱਡੀ, ਆਕਾਸ਼ ਮਦੇ ਭਰਮੀ ਵਾਲੇ, ਪੰਚ ਜਨਾ ਸੋ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਵਾਲੇ, ਮਨ ਰਾਮ ਨਾਮਾ ਬੇਦੀ ਵਾਲੇ। ਇਹਦਾ ਮਤਲਬ ਇਹ ਹੁੰਦਾ ਵੀ ਹਮੇਸ਼ਾ ਹੀ ਤੁਹਾਡੀ ਟੇਕ ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ ਪਰਮੇਸ਼ਵਰ 'ਚ ਹੋਣੀ ਚਾਹੀਦੀ ਆ, ਕਿਉਂਕਿ ਉਹਦਾ ਨਿਵਾਸ ਤੁਹਾਡੇ ਅੰਦਰ ਹੈ। ਘਟ ਘਟ ਮੇ ਹਰ ਜੂ ਬਸੇ ਸੰਤਨ ਕਹਿਓ ਪੁਕਾਰ। ਸੋ ਹਰ ਘਟ ਦੇ ਵਿੱਚ ਰਾਮ ਹੀ ਬੋਲਦਾ, ਖੁਦਾ ਹੀ ਬੋਲਦਾ, ਵਾਹਿਗੁਰੂ ਹੀ ਬੋਲਦਾ, ਲੇਕਿਨ ਸਾਨੂੰ ਜੁੜਨਾ ਪੈਣਾ। ਜੁੜਨਾ ਤੁਹਾਨੂੰ ਪੈਣਾ। ਟੈਕਨੀਕ ਮਹਾਰਾਜ ਦਿੰਦੇ ਆ, ਲੇਕਿਨ ਟੈਕਨੀਕ ਜਿਹੜੀ ਹੈਗੀ ਤੁਹਾਨੂੰ ਵਰਤਣੀ ਪੈਣੀ ਹੈ। ਇੱਕ ਹੁੰਦਾ ਗੁਰੂ, ਲੇਕਿਨ ਉਸ ਤੋਂ ਪਹਿਲਾ ਲਫ਼ਜ਼ ਹੈਗਾ ਗੁਰ। ਗੁਰ ਦਾ ਅਰਥ ਹੁੰਦਾ ਮੈਥਡ ਜਾਂ ਟੈਕਨੀਕ ਜਾਂ ਟੈਕਨੋਲੋਜੀ, ਉਹ ਗੁਰੂ ਦਿੰਦਾ ਤੁਹਾਨੂੰ। ਲੇਕਿਨ ਅਗਰ ਉਹ ਤੁਸੀਂ ਯੂਜ਼ ਨਹੀਂ ਕਰੋਗੇ ਤਾਂ ਫਿਰ ਉਹਦਾ ਕੋਈ ਅਸਰ ਨਹੀਂ। ਸੋ ਜੋ ਗੁਰ ਕਹੇ ਸੋਈ ਭਲਾ ਮੰਨੋ। ਜੋ ਗੁਰੂ ਕਹਿੰਦਾ ਉਹਨੂੰ ਹੁਕਮ ਵਾਂਗ ਮੰਨ ਲਓ, ਤੇ ਸਾਸ ਸਾਸ ਸਿਮਰੋ ਗੋਬਿੰਦ, ਉਤਰੇ ਮਨ ਕੀ ਚਿੰਤ। ਸੋ ਮਨ ਦੀ ਚਿੰਤਾ ਉਤਰ ਸਕਦੀ ਆ। ਜੁੜੇ ਰਹੋ। ਕੱਲ ਮੈਨੂੰ ਇੱਕ ਫੋਨ ਆਇਆ ਸੀ ਬੀਬੀ ਦਾ, ਅੰਮ੍ਰਿਤਧਾਰੀ ਦਾ, ਵੀ ਮੈਨੂੰ ਹੁਣ ਕੋਵਿਡ ਹੋ ਗਿਆ, ਮੈਂ ਆਈਸੋਲੇਸ਼ਨ 'ਚ ਹੈਗੀ ਹਾਂ। ਅੱਛਾ ਜੀ। ਮੇਰੇ ਮਨ 'ਚ ਬੜੇ ਨੈਗੇਟਿਵ ਵਿਚਾਰ ਚੱਲ ਰਹੇ, ਕਦੀ ਇੱਦਾਂ ਹੋਇਆ ਨਹੀਂ। ਮੈਂ ਕਿਹਾ ਭੈਣ, ਮੈਂ ਤੈਨੂੰ ਦੇਖਿਆ, ਮੈਂ ਜਾਣਦਾ ਨਹੀਂ, ਮੈਂ ਬੱਚਿਆਂ ਦਾ ਡਾਕਟਰ ਆ, ਬਟ ਮੈਂ ਕਹੂੰਗਾ ਵੀ ਤੂੰ ਸਿਮਰਨ ਜਿਹੜਾ ਥੋੜ੍ਹਾ ਵਧਾ। ਔਰ ਦੂਜਾ ਹੈਗਾ ਵੀ ਜਿਹੜਾ ਮਨ ਦੇ ਵਿੱਚ ਆਪਾਂ ਜਦੋਂ ਵਾਹਿਗੁਰੂ ਪਾਵਾਂਗੇ, ਪੋਜ਼ੀਟਿਵ ਐਲੀਮੈਂਟ ਹੈ, ਉਹਨੇ ਜਿਹੜਾ ਨੈਗੇਟਿਵ ਐਲੀਮੈਂਟ ਉਹਨੂੰ ਡਿਸਪਲੇਸ ਕਰੀ ਜਾਓ। ਜਿੱਦਾਂ ਹੁਣ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਧੋਈਏ, ਪਰੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇਂ ਕਰਨਾ। ਸੋ ਸਾਬਣ ਔਰ ਪਾਣੀ ਦਾ ਕੰਮ ਉਹਨੇ ਕਰੀ ਜਾਣਾ, ਲੇਕਿਨ ਆਪਾਂ ਨੂੰ ਕਰਨਾ ਪੈਣਾ ਜੀ। ਸੋ ਆਪਾਂ ਕਰੀਏ, ਸਰੀਰ ਵੀ ਅਰੋਗੀ ਰੱਖੀਏ, ਮਨ ਵੀ ਅਰੋਗੀ ਰੱਖੀਏ, ਖੁਸ਼ ਰਹੀਏ। ਫਿਰ ਤੁਹਾਡੇ ਨਾਲ ਹਫਤੇ 2 ਹਫਤੇ ਬਾਅਦ ਸਾਂਝ ਕਰਾਂਗੇ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਡਾਕਟਰ ਸਾਹਿਬ। ਦੋਸਤੋ, ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ ਗੱਲਬਾਤ ਕੀਤੀ। ਬਹੁਤੇ ਅੰਕੜੇ, ਬਹੁਤੇ ਨੰਬਰ, ਬਹੁਤੀਆਂ ਉਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਜ਼ਿਆਦਾ ਲੋੜ ਨਹੀਂ। ਬਸ ਜਿਹੜੀ ਗੱਲ ਧਿਆਨ ਦੇਣ ਦੀ ਲੋੜ ਇਹ ਆ ਕਿ ਜਿੰਨਾ ਵਿਚਾਰ ਰੱਖ ਸਕਦੇ ਆ, ਮਾਸਕ ਪਾ ਲਓ, ਦੂਰ ਰਹੋ, ਅਨਨੈਸੈਸਰੀ ਕਿਤੇ ਨਾ ਜਾਓ, ਜਿੰਨਾ ਅਵੋਇਡ ਕਰਦੇ ਇਹਨਾਂ ਚੀਜ਼ਾਂ ਨੂੰ,
ਅਵੋਇਡ ਕਰੋ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇੱਕ ਵੱਖਰੀ ਸ਼ਖਸੀਅਤ ਨਾਲ, ਇੱਕ ਵੱਖਰੇ ਵਿਸ਼ੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।